ਸਤਿ ਸ਼੍ਰੀ ਅਕਾਲ ਜੀ। ਲੈਟਸ ਕੰਟੀਨਿਊ ਵਿਦ ਆਰ ਜੀਓਗ੍ਰਾਫੀ ਸੀਰੀਜ਼ ਡਿਸਕਸਿੰਗ 10 MCQs। ਸੋ ਅੱਜ ਦੀ ਆਪਾਂ ਵੀਡੀਓ ਵਿੱਚ ਡਿਸਕਸ ਕਰਾਂਗੇ ਇੰਪੋਰਟੈਂਟ ਥੀਮਸ। ਫॉर ਐਗਜ਼ਾਮਪਲ ਵੈਰੀ ਇੰਪੋਰਟੈਂਟ ਫਾਰਮੇਸ਼ਨ ਆਫ ਸਾਈਕਲੋਨਸ, ਜਿਹਦੇ ਵਿੱਚ ਆਪਾਂ ਟ੍ਰੋਪੀਕਲ ਸਾਈਕਲੋਨਸ ਦੀ ਵੀ ਗੱਲ ਕਰਾਂਗੇ ਤੇ ਆਪਾਂ ਐਕਸਟਰਾ ਟ੍ਰੋਪੀਕਲ ਸਾਈਕਲੋਨਸ ਦੀ ਵੀ ਗੱਲ ਕਰਾਂਗੇ। ਇਹ tropical cyclones ਜਾਂ extra tropical cyclones are very important from prelims as well as mains perspective। ਇਹਦੇ ਨਾਲ ਆਪਾਂ ਥੋੜੀ ਜਿਹੀ ਗੱਲ ਕਰਾਂਗੇ related to jet streams। So let's start. Consider the following statements regarding tropical cyclones. The first part, they generally form within 5 degree latitude of the equator। equator ਤੇ ਕਹਿੰਦੇ 5 degree latitude ਦੇ ਵਿੱਚ ਇਹ ਫਾਰਮ ਹੋ ਜਾਂਦੇ ਆ। ਇਹ ਸਟੇਟਮੈਂਟ ਕਹਿ ਰਹੀ ਟ੍ਰੋਪੀਕਲ ਸਾਈਕਲੋਨਸ ਮਤਲਬ ਟ੍ਰੋਪਿਕਸ ਦੇ ਵਿੱਚ ਹੋਣਗੇ, that is one part। ਬਟ ਇਹ ਸਟੇਟਮੈਂਟ ਕੀ ਕਹਿ ਰਹੀ ਹੈ ਕਿ ਇਕੁਏਟਰ ਦੇ 0 ਡਿਗਰੀ ਹੈ ਤਾਂ 5 ਡਿਗਰੀ ਨਾਰਥ 5 ਡਿਗਰੀ ਸਾਊਥ ਇਹ ਫਾਰਮ ਹੋ ਜਾਣਗੇ। ਆਲਰਾਈਟ, ਲੈਟਸ ਮੂਵ ਔਨ ਟੂ ਸੈਕੰਡ ਸਟੇਟਮੈਂਟ। ਦੇ ਆਰ ਐਸੋਸੀਏਟਡ ਵਿਦ ਸਟਰੋਂਗ ਵਰਟੀਕਲ ਵਿੰਡ shear। ਥਰਡ, they develop over ocean waters with surface temperature above 27 degrees। Then the eye of the cyclone is characterized by calm conditions। Let's look at ki what are the possible factors ਜਿਹਦੇ ਕਰਕੇ ਸਾਈਕਲੋਨ ਫਾਰਮੇਸ਼ਨ ਹੁੰਦੀ ਹੈ ਐਂਡ ਲੈਟਸ ਡਾਇਸੈਕਟ ਕੀ ਇੱਕ ਸਾਈਕਲੋਨ ਦਾ ਸਟਰਕਚਰ ਬਣਦਾ। ਦੇਖਦੇ ਹਾਂ। ਦੇਖੋ, ਚਾਰ ਮੇਜਰ ਇਨਫੈਕਟ ਆਪਾਂ ਗੱਲ ਕਰੀਏ ਪਹਿਲਾਂ। ਕੁਝ ਫੈਕਟਰਸ ਰਿਸਪੌਂਸਿਬਲ ਹੈ ਫॉर द ਫਾਰਮੇਸ਼ਨ ਆਫ ਸਾਈਕਲੋਨ। ਪਹਿਲਾ ਹੈ ਕਿ ਇੱਕ ਪ੍ਰੀ ਐਗਜ਼ਿਸਟਿੰਗ ਇੱਕ ਡਿਸਟਰਬੈਂਸ ਹੋਣੀ ਚਾਹੀਦੀ ਹੈ ਉੱਥੇ, ਯਾਨੀ ਕਿ ਕੁਝ ਇੱਕ ਲੋ ਪ੍ਰੈਸ਼ਰ ਸਿਸਟਮ ਬਣਨਾ ਜ਼ਰੂਰੀ ਹੈ। ਕੋਈ ਕਿਤੇ ਇੱਕ ਲੋ ਪ੍ਰੈਸ਼ਰ ਸਿਸਟਮ ਬਣਿਆ ਹੋਵੇ, ਉਸ ਲੋ ਪ੍ਰੈਸ਼ਰ ਸਿਸਟਮ ਨੂੰ ਭਰਨ ਵਾਸਤੇ ਆਸ-ਪਾਸ ਤੋਂ ਹਵਾਵਾਂ ਆਉਣੀਆਂ ਸ਼ੁਰੂ ਹੋਣਗੀਆਂ। ਇਹ ਇੱਕ ਲੋ ਪ੍ਰੈਸ਼ਰ ਸਿਸਟਮ ਹੋਣਾ ਜ਼ਰੂਰੀ ਹੈ ਫॉर द ਫਾਰਮੇਸ਼ਨ ਆਫ ਟ੍ਰੋਪੀਕਲ ਸਾਈਕਲੋਨਸ, ਰਾਈਟ। ਐਂਡ ਇਹ ਲੋ ਪ੍ਰੈਸ਼ਰ ਸਿਸਟਮ ਜਨਰਲੀ ਆਪਾਂ ਫੇਵਰ ਕਰਦੇ ਹਾਂ ਕਿ ਓਸ਼ਨਸ ਦੇ ਉੱਤੇ ਹੋਵੇ, ओशंस या सी के ऊपर। हाँ, ऐसा कहीं भी नहीं होगा कि अगर लेट्स से ये कोई स्टेटमेंट आ जाए कि ये लो प्रेशर सिस्टम हमेशा ही ओशियन या सी के उत्ते बनना चाहिए। आंसर इज नो। बहुत केसेस ਵਿੱਚ ਐਂ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਲੋ ਪ੍ਰੈਸ਼ਰ ਸਿਸਟਮ ਸੀਗਾ ਉਹ ਪਹਿਲਾਂ ਲੈਂਡ ਦੇ ਉੱਤੇ ਬਣਿਆ ਹੋਇਆ ਸੀਗਾ, ਦੈਨ ਇਟ ਡ੍ਰਿਫਟਡ ਟੁਵਰਡਸ ਸੀ ਵਿੱਚ ਜਾ ਕੇ ਉਹ ਸਾਈਕਲੋਨ ਫਾਰਮ ਹੋ ਗਿਆ। So the first statement that we have, first case that we have, pre-existing disturbance या low pressure system over here। Second, high sea surface temperature approximately 27 degrees Celsius। ਇਹਦਾ ਕੀ ਨੀਡ ਹੈ? ਇਹਦੀ ਨੀਡ ਇਹ ਹੈ ਜੀ ਕਿ ਇਹ ਇਸ ਸਰਫੇਸ ਵਾਰਮ ਸਰਫੇਸ ਦੇ ਉੱਤੇ ਕੀ ਹੋਊਗਾ, ਇਵੈਪੋਰੇਸ਼ਨ ਵੀ ਹਾਈ ਹੋਊਗਾ। ਤੇ ਇੱਕ ਇੰਪੋਰਟੈਂਟ ਉਰੇ ਚੀਜ਼ ਰੋਲ ਪਲੇ ਕਰਦੀ ਹੈ ਲੇਟੈਂਟ ਹੀਟ ਆਫ ਕੰਡੈਂਸੇਸ਼ਨ, ਜੋ ਇੱਕ ਮੇਜਰ ਡਰਾਈਵਿੰਗ ਫੋਰਸ ਬਣਦੀ ਹੈ ਫॉर ਫਾਰਮੇਸ਼ਨ ਆਫ ਸਾਈਕਲੋਨ। ਉਹ ਤਾਂ ਹੀ ਬਣ ਪਾ ਰਹੀ ਹੈ ਕਿਉਂਕਿ ਸੀ ਸਰਫੇਸ ਟੈਂਪਰੇਚਰ ਹਾਈ ਹੈ ਤੇ ਉਹਦੇ ਨਾਲ ਇਵੈਪੋਰੇਸ਼ਨ ਵੀ ਜ਼ਿਆਦਾ ਹੋ ਰਹੀ ਹੈ, ਮੋਇਸਚਰ ਕੰਟੈਂਟ ਉੱਥੇ ਹਵਾ ਕੋਲ ਜ਼ਿਆਦਾ ਹੈ। ਥਰਡ ਵੀ ਹੈਵ low vertical wind shear, यानी कि एक विंड चल रही है सरफेस की गल करते हैं, सरफेस तो थोड़ा उत्ते चल रही है एक विंड, ओदी लेट्स से स्पीड हैगी है 15 किलोमीटर पर आवर। उस तो थोड़ा उत्ते जाके एक होर विंड चल रही है जिसकी स्पीड हैगी लेट्स से 35 किलोमीटर पर आवर। देन वी हैव अगेन वन मोर विंड जो स्पीड चल रही है जिसकी लेट्स से अराउंड 60 किलोमीटर पर आवर। ਇਹ ਨਾ ਕੀ ਹੋ ਰਿਹਾ, ਇਹ ਦਿਖਾ ਰਿਹਾ ਕਿ ਵਿਦ ਹਾਈਟ ਆਫ ਕੋਰਸ ਵਰਟੀਕਲੀ ਆਪਾਂ ਜਦੋਂ ਉੱਤੇ ਜਾ ਰਹੇ ਹਾਂ ਤਾਂ ਵਿੰਡ ਦੀ ਜਿਹੜੀ ਸਪੀਡ ਹੈ ਉਹ ਚੇਂਜ ਹੋ ਰਹੀ ਹੈ, ਕਾਫੀ ਡਿਫਰੈਂਸ ਆ ਰਿਹਾ। ਸੋ ਇਹ ਡਿਫਰੈਂਸ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਇਹ ਆਪਾਂ ਨੂੰ ਇੱਕ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜਾਂ ਇੱਕ ਕੰਡੀਸ਼ਨ ਚਾਹੀਦੀ ਹੈ ਫॉर द ਫਾਰਮੇਸ਼ਨ ਆਫ ਸਾਈਕਲੋਨ। ਜੇ ਉਰੇ ਸਰਫੇਸ ਤੇ ਵਿੰਡ ਕਿਸੇ ਸਪੀਡ ਨਾਲ ਚੱਲ ਰਹੀ ਹੈ, ਉਸ ਤੋਂ ਉੱਤੇ ਤੇਜ਼ ਚੱਲ ਰਹੀ ਹੈ, ਉਸ ਤੋਂ ਉੱਪਰ ਹੋਰ ਤੇਜ਼ ਚੱਲ ਰਹੀ ਹੈ, ਤਾਂ ਫਾਰਮੇਸ਼ਨ ਸਾਈਕਲੋਨ ਦੀ ਹੋ ਹੀ ਨਹੀਂ ਪਾਏਗੀ। ਤਾਂ ਵੀ ਨੀਡ ਕਿ ਜਿਹੜੀ ਆਹ ਵਿੰਡ ਚੱਲ ਰਹੀ ਹੈ ਵਰਸਸ ਇਹ ਵਿੰਡ ਚੱਲ ਰਹੀ ਹੈ, ਇਹਨਾਂ ਵਿੱਚ ਡਿਫਰੈਂਸ ਘੱਟ ਤੋਂ ਘੱਟ ਹੋਵੇ, ਸਪੀਡ ਦੇ ਵਿੱਚ ਘੱਟ ਹੋਵੇ, ਦੈਟ ਇਜ਼ ਲੋ ਵਰਟੀਕਲ ਵਿੰਡ ਸ਼ੀਅਰ। ਫਾਈਨਲੀ ਆਪਾਂ ਨੂੰ ਜਿਹੜਾ ਇਹ ਸਾਈਕਲੋਨ ਫਾਰਮੇਸ਼ਨ ਟ੍ਰੋਪੀਕਲ ਸਾਈਕਲੋਨ ਦੀ ਗੱਲ ਕਰ ਰਹੇ ਹਾਂ, ਇਹ ਇਕੁਏਟਰ ਤੋਂ ਉੱਤੇ ਹੋਵੇ। ਇਕੁਏਟਰ ਤੇ ਕਿਉਂ ਨਹੀਂ? ਕਿਉਂਕਿ ਕੋਰੀਓਲਿਸ ਫੋਰਸ ਉਰੇ ਕੀ ਹੈ ਜੀ, 0। यानी कि कोरियोलिस फोर्स अपन ਨੂੰ ਚਾਹੀਦੀ ਹੈ। ਜੇ ਕੋਰੀਓਲਿਸ ਫੋਰਸ ਨਹੀਂ ਹੋਗੀ ਤਾਂ ਕੀ ਹੋਊਗਾ, ਸਾਈਕਲੋਨ ਫਾਰਮੇਸ਼ਨ ਨਹੀਂ ਹੋ ਸਕਦੀ। Coriolis force is a pre-existing requisite condition, prerequisite condition for the formation of cyclone। ਇਹ ਚਾਰ ਚੀਜ਼ਾਂ ਤੁਸੀਂ ਧਿਆਨ 'ਚ ਰੱਖਣੀਆਂ, ਠੀਕ ਹੈ। ਹੁਣ ਜਦੋਂ ਆਪਾਂ ਇਕੁਏਟਰ ਦੀ ਗੱਲ ਕਰਦੇ ਹਾਂ, ਇਕੁਏਟਰ ਤੇ ਤੁਸੀਂ ਪੁੱਛੋ ਕਿ ਸਰ ਸਾਈਕਲੋਨ ਬਣ ਸਕਦਾ, ਤੇ ਆਂਸਰ ਇਸ ਨੋ। ਕਿਉਂ? ਜੇ ਇਕੁਏਟਰ ਤੇ ਆਹ ਸਾਰੀ ਤਿੰਨ ਚੀਜ਼ਾਂ ਪੂਰੀਆਂ ਹੋ ਗਈਆਂ
ਉੱਥੇ ਲੈਟਸ ਸੇ ਲੋ ਵਰਟੀਕਲ ਵਿੰਡ ਸ਼ੀਅਰ ਵੀ ਹੈ, ਦੈਨ ਹਾਈ ਸੀ ਸਰਫੇਸ ਟੈਂਪਰੇਚਰ ਵੀ ਹੈ, ਦੈਨ ਉੱਥੇ ਇੱਕ ਲੋ ਪ੍ਰੈਸ਼ਰ ਬਣ ਵੀ ਗਿਆ। ਪਰ ਤੁਸੀਂ ਦੇਖੋਗੇ ਕਿ ਜਿਵੇਂ ਹੀ ਉੱਤੇ ਲੋ ਪ੍ਰੈਸ਼ਰ ਬਣੂਗਾ, ਉਸ ਨੂੰ ਭਰਨ ਵਾਸਤੇ ਸਿੱਧਾ ਵਿੰਡ ਆਊਗੀ, ਉਹਨੂੰ ਭਰ ਦੂਗੀ। ਜੇ ਕੋਰਾਲਿਸ ਫੋਰਸ ਹੋਊਗਾ, ਕੋਰਾਲਿਸ ਇਫੈਕਟ ਆਪਾਂ ਗੱਲ ਕਰਦੇ ਹਾਂ ਕਿ ਜ਼ੀਰੋ ਹੁੰਦਾ ਇਕੁਏਟਰ ਤੇ, ਜਦ ਆਪਾਂ ਉੱਤੇ ਜਾਣਾ ਸ਼ੁਰੂ ਕਰਦੇ ਹਾਂ ਟੁਵਰਡਸ ਪੋਲਸ ਮੂਵ ਕਰਨਾ ਸ਼ੁਰੂ ਕਰਦੇ ਹਾਂ ਤਾਂ ਕੋਰਾਲਿਸ ਇਫੈਕਟ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ। ਲੈਟਸ ਸੇ ਆਪਾਂ ਗੱਲ ਕਰ ਰਹੇ ਹਾਂ 10 ਡਿਗਰੀ ਨਾਰਥ ਦੇ ਆਸ-ਪਾਸ ਦੀ ਆਪਾਂ ਗੱਲ ਕਰਦੇ ਹਾਂ, ਤਾਂ ਉਰੇ ਕੁਝ ਤਾਂ ਕੋਰਾਲਿਸ ਇਫੈਕਟ ਹੋਊਗਾ। ਤਾਂ ਲੈਟਸ ਸੇ ਉਰੇ ਆਪਾਂ ਗੱਲ ਕੀਤੀ ਕਿ ਇੱਕ ਲੋ ਪ੍ਰੈਸ਼ਰ ਸਿਸਟਮ ਬਣ ਗਿਆ, ਉਸ ਲੋ ਪ੍ਰੈਸ਼ਰ ਸਿਸਟਮ ਨੂੰ ਭਰਨ ਵਾਸਤੇ ਆਸ-ਪਾਸ ਤੋਂ ਹਵਾ ਆਣੀ ਸ਼ੁਰੂ ਹੋ ਗਈ। ਜੇ ਹਵਾ ਆ ਰਹੀ ਹੈ ਤਾਂ ਉਹ ਹਵਾ ਐਕਚੁਅਲ ਚ ਇਸ ਨੂੰ ਭਰ ਨਹੀਂ ਪਾਊਗੀ। ਕਿਉਂ? ਕਿਉਂਕਿ ਹਵਾ ਜਿਹੜੀ ਆ ਰਹੀ ਹੈ, ਵਿੰਡ ਆ ਰਹੀ ਹੈ, ਉਹ ਰੋਟੇਟ ਕਰਨਾ ਸ਼ੁਰੂ ਕਰ ਦੂਗੀ। ਰੋਟੇਟ ਕਰੂਗੀ ਕਿਉਂ? ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਨਦਰਨ ਹੈਮੀਸਫੇਅਰ ਦੀ ਗੱਲ ਕਰੀਏ ਤਾਂ ਕੋਰਾਲਿਸ ਇਫੈਕਟ ਕਿਵੇਂ ਲੱਗਦਾ ਹੈ? ਕਿਸੇ ਵੀ ਵਿੰਡ ਤੇ ਕਿਸੇ ਵੀ ਪ੍ਰੋਜੈਕਟਾਈਲ ਤੇ ਉਹ ਉਹਨੂੰ ਡਿਫਲੈਕਟ ਕਰਦਾ ਟੁਵਰਡਸ ਰਾਈਟ, ਟੁਵਰਡਸ ਰਾਈਟ, ਟੁਵਰਡਸ ਰਾਈਟ, ਟੁਵਰਡਸ ਰਾਈਟ। ਆ ਦੇਖੋ, ਤਾਂ ਕੋਰਾਲਿਸ ਇਫੈਕਟ ਟੁਵਰਡਸ ਰਾਈਟ ਡਿਫਲੈਕਟ ਕਰ ਰਿਹਾ ਕਿਸੇ ਵੀ ਵਿੰਡ ਨੂੰ ਜੋ ਉਸ ਲੋ ਪ੍ਰੈਸ਼ਰ ਸਿਸਟਮ ਨੂੰ ਭਰਨ ਵਾਸਤੇ ਆ ਰਹੀ ਹੈ। ਤਾਂ ਇਵੈਂਚੁਅਲੀ ਤੁਸੀਂ ਦੇਖੋ, ਚਾਹੇ ਕੋਰਾਲਿਸ ਇਫੈਕਟ ਟੁਵਰਡਸ ਰਾਈਟ ਕਰ ਰਿਹਾ ਉਹਨੂੰ ਡਿਫਲੈਕਟ, ਪਰ ਜਿਹੜੀ ਸਾਈਕਲੋਨ ਫਾਰਮੇਸ਼ਨ ਉਰੇ ਹੋ ਰਹੀ ਹੈ, ਇਹ ਦੇਖੋ ਕੁਝ ਇਸ ਤਰੀਕੇ ਨਾਲ ਥੋੜਾ ਸਾਈਕਲੋਨ ਰੋਟੇਟ ਕਰ ਰਿਹਾ। ਤਾਂ ਇਹ ਆਪਣੇ ਆਪ ਵਿੱਚ ਕੀ ਹੈ ਜੀ? ਇਹ ਹੈਗੀ ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਯਾਨੀ ਕਿ ਸਾਈਕਲੋਨ ਜਿਹੜਾ ਬਣੂਗਾ ਨਾਰਥਰਨ ਹੈਮੀਸਫੇਅਰ ਦੇ ਵਿੱਚ, ਉਹ ਐਂਟੀ ਸਾਈਕਲੋਨਿਕ ਰੋਟੇਸ਼ਨ ਲੈਣ ਵਾਲਾ, ਐਂਟੀ ਸਾਈਕਲੋਨਿਕ ਰੋਟੇਸ਼ਨ ਦਿਸ ਵੇ। ਐਂਡ ਉਲਟਾ ਹੋਊਗਾ ਸਦਰਨ ਹੈਮੀਸਫੇਅਰ ਦੇ ਵਿੱਚ, ਜਿਹਦੇ ਵਿੱਚ ਸਾਈਕਲੋਨ ਕਲੌਕਵਾਈਜ਼ ਰੋਟੇਸ਼ਨ ਲੈਣ ਵਾਲਾ, ਕਿਉਂਕਿ ਸਦਰਨ ਹੈਮੀਸਫੇਅਰ ਦੇ ਵਿੱਚ ਜਿਹੜੀ ਕੋਰਾਲਿਸ ਇਫੈਕਟ ਹੈ ਉਹ ਟੁਵਰਡਸ ਦ ਲੈਫਟ ਡਿਫਲੈਕਟ ਕਰਦੀ ਹੈ ਇਨਕਮਿੰਗ ਪ੍ਰੋਜੈਕਟਾਈਲ ਨੂੰ ਜਾਂ ਇਨਕਮਿੰਗ ਵਿੰਡ ਨੂੰ। ਸੋ ਪਹਿਲੀ ਸਟੇਟਮੈਂਟ, ਦੇ ਜਨਰਲੀ ਫਾਰਮ ਵਿਦਿਨ 5 ਡਿਗਰੀ ਲੈਟੀਟਿਊਡ ਆਫ ਦ ਇਕੁਏटर, द आंसर इज नो। क्यों? क्योंकि उरे तो वैसे भी कोरालिस इफेक्ट उतना ज्यादा प्रोमिनेंट नहीं होने वाला। Then they are associated with strong vertical wind shear, the answer is no, of course they are not। ਹੁਣੇ ਆਪਾਂ ਗੱਲ ਕੀਤੀ ਹੈ ਰਾਈਟ, ਕਿਉਂਕਿ ਜੇ ਵਿੰਡ ਸ਼ੇਅਰ ਬਹੁਤ ਜ਼ਿਆਦਾ ਹੋਊਗਾ ਤਾਂ ਉਹ ਸਾਈਕਲੋਨ ਬਣ ਹੀ ਨਹੀਂ ਪਾਊਗਾ। ਦੇਖੋ, ਸਾਈਕਲੋਨ ਵਾਸਤੇ ਯੂ ਨੀਡ ਅ ਸਪਾਇਰਲਿੰਗ ਮੋਸ਼ਨ, ਅ ਸਪਾਇਰਲਿੰਗ ਮੋਸ਼ਨ ਵਿਚ ਵਿਲ then deviate, then it will extend ਜਿਵੇਂ ਹੀ ਉਹ ਉੱਤੇ ਰਾਈਜ਼ ਕਰਦਾ ਜਾਊਗਾ। ਤਾਂ ਜੇ ਉਹਦੇ ਵਿੰਡ ਸ਼ੇਅਰ ਬਹੁਤ ਤੇਜ਼ ਹੈ ਤਾਂ ਉਸ ਨੂੰ ਤੋੜ ਦੂਗਾ ਪਹਿਲਾਂ ਹੀ, ਉਹ ਵਰਟੀਕਲ ਡਿਵੈਲਪਮੈਂਟ ਲੈ ਹੀ ਨਹੀਂ ਪਾਊਗਾ। ਸੋ ਸੈਕੰਡ ਸਟੇਟਮੈਂਟ ਇਜ਼ ਇਨਕਰੈਕਟ। Then we have, they develop over ocean waters with surface temperature above 27 degrees. The answer is yes। The eye of cyclone is characterized by calm condition। ਹੁਣ ਸਾਈਕਲੋਨ ਦੇ ਸਟਰਕਚਰ ਦੀ ਆਪਾਂ ਗੱਲ ਕਰ, ਸਾਈਕਲੋਨ ਦੇ ਸਟਰਕਚਰ ਦੀ ਆਪਾਂ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਜਿਹੜੀ ਇਹ ਪੋਜੀਸ਼ਨ ਹੋਊਗੀ, ਇਹ ਹੁੰਦੀ ਹੈ ਆਈ। ਇਸ ਤੋਂ ਬਾਅਦ ਬਾਹਰ ਆਈ ਵਾਲ ਆਉਣ ਵਾਲੀ, ਆਈ ਵਾਲ ਰਾਈਟ। ਉਸ ਤੋਂ ਬਾਅਦ ਬਾਕੀ ਲੈਟਸ ਸੇ ਹੋਰ ਤੁਹਾਡੇ ਰੇਨ ਬੇਰਿੰਗ ਛੋਟੇ ਛੋਟੇ ਸਪਾਇਰਲ ਮੋਸ਼ਨਸ ਆ ਜਾਣਗੇ ਉਰੇ, ਕੁਝ ਇਸ ਤਰੀਕੇ ਨਾਲ। ਸੈਂਟਰ ਦੇ ਵਿੱਚ ਜਿਹੜਾ ਰੀਜਨ ਹੈ ਉਹ ਹੈਗਾ ਆਈ, ਉਸ ਆਈ ਨੂੰ ਸਰਾਊਂਡ ਕਰ ਰਹੀ ਹੈ ਇੱਕ ਆਈ ਵਾਲ। ਸੋ ਆਈ ਦੇ ਵਿੱਚ ਕੀ ਹੁੰਦਾ ਹੈ? ਆਈ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਲੈਟਸ ਸੇ ਹਵਾ ਉੱਤੇ ਰਾਈਜ਼ ਕਰ ਰਹੀ ਹੈ, ਹੁਣ ਲੈਟਸ ਸੇ ਇੱਕ ਲੋ ਪ੍ਰੈਸ਼ਰ ਸਿਸਟਮ ਸੀਗਾ, ਉਹਨੂੰ ਭਰਨ ਵਾਸਤੇ ਕੁਝ ਇਸ ਤਰੀਕੇ ਨਾਲ ਆਸ-ਪਾਸ ਤੋਂ ਹਵਾਵਾਂ ਆਣੀ ਸ਼ੁਰੂ ਕੀਤੀਆਂ ਐਂਡ ਦੈਨ ਦੇ ਸਟਾਰਟ ਟੂ ਅਸੈਂਡ, ਕਿਉਂਕਿ ਵਾਰਮ ਸਰਫੇਸ ਹੈ ਜੀ ਇਹ, ਤਾਂ ਜਿੰਨੀ ਵੀ ਇਹਦੇ ਉੱਤੇ ਹਵਾ ਆਊਗੀ ਉਹ ਵੀ ਵਾਰਮ ਹੋਣ ਵਾਲੀ। ਤਾਂ ਵਾਰਮ ਹਵਾ ਦਾ ਕੀ ਹੈ, ਇਹ ਵਾਰਮ 에ਅਰ ਦਾ ਵਿੰਡ ਦੀ ਕੀ ਇੱਕ ਕਰੈਕਟਰਿਸਟਿਕ ਹੈ ਕਿ ਉਹਨੇ ਉੱਤੇ ਰਾਈਜ਼ ਕਰਨਾ। ਜੇ ਰਾਈਜ਼ ਕਰ ਰਹੀ ਹੈ, ਆ ਦੇਖੋ ਕੁਝ ਇਸ ਤਰੀਕੇ ਨਾਲ ਰਾਈਜ਼ ਕਰਦੀ ਜਾਊਗੀ ਰਾਈਟ। ਤਾਂ ਹੁਣ ਰਾਈਜ਼ ਕਰ ਰਹੀ ਹੈ ਤਾਂ ਕੁਝ ਪਾਰਟ ਹੋਊਗਾ ਜੋ ਇਸ ਤਰੀਕੇ ਨਾਲ ਡੇਵੀਏਟ ਕਰੂਗਾ ਬਾਹਰ ਜਾ ਕੇ, ਡੇਵੀਏਟ ਕਰੂਗਾ। ਆਫ ਕੋਰਸ ਕਲਾਉਡ ਫਾਰਮੇਸ਼ਨ ਵੀ ਹੋਊਗੀ, ਬਟ ਕੁਝ ਪਾਰਟ ਹੋਊਗਾ ਜੋ ਆਈ ਦੇ ਵਿੱਚ ਸਿੰਕ ਕਰੂਗਾ, ਆਈ ਦੇ ਵਿੱਚ ਸਿੰਕ ਕਰੂਗਾ। ਤਾਂ ਉੱਥੇ ਆਈ ਦੇ ਵਿੱਚ, ਆਈ ਦੀ ਗੱਲ ਕਰ ਰਹੇ ਆਪਾਂ, ਆਈ ਦੇ ਵਿੱਚ ਕੀ ਹੋਣ ਵਾਲਾ ਹੈ, ਇੱਕ ਕਾਮ ਕੰਡੀਸ਼ਨਸ ਪ੍ਰੀਵੇਲ ਕਰਨ ਵਾਲੀ ਹੈ। ਸੋ fourth statement, the eye of cyclone is characterized by calm conditions, yes the answer is correct। So in this case I believe we have two only as the right answer। Let's move on to the next question। ट्रॉपिकल साइक्लोन्स हैव अ वार्म कोर। हाँ जी, कोर ਦੀ ਗੱਲ ਕਰ ਰਹੇ ਹਾਂ, ਆਈ ਦੀ ਗੱਲ ਕਰ ਰਹੇ ਹਾਂ। the answer is yes of course। ट्रॉपिकल साइक्लोन्स बन भी कितने रहे, वार्म रीजन ਦੇ ਵਿੱਚ ਹੀ ਬਣ ਰਹੇ, ट्रॉपिकल रीजन ਦੇ ਵਿੱਚ ਬਣ ਰਹੇ। they derive energy from latent heat released during condensation। now this is very important। ਇਹ ਬਹੁਤ ਇੰਪੋਰਟੈਂਟ ਹੈ ਜੀ, ਜਦੋਂ ਬੱਚੇ ਇਸ ਟੌਪਿਕ ਨੂੰ ਕਵਰ ਕਰਦੇ ਨੇ ਇਹਨੂੰ ਅਕਸਰ ਮਿਸ ਕਰ ਜਾਂਦੇ। ਦੇਖੋ ਆਹੀ ਕਾਰਨ ਹੈ ਕਿ ਜਿਹੜੇ ਟ੍ਰੌਪੀਕਲ ਸਾਈਕਲੋਨਸ ਹੈ ਉਹ ਜਦ ਤੱਕ ਤਾਂ ਲੈਟਸ ਸੇ ਦੇ ਆਰ ਟੁਵਰਡਸ ਸੀ ਔਰ ਓਸ਼ੀਅਨ, ਤਦ ਤੱਕ ਦੇ ਆਰ
they're gathering energy, they're strengthening, but the moment they make a landfall, ਜਿਵੇਂ ਹੀ ਉਹ ਸ਼ੋਰ ਵੱਲ ਆਉਂਦੇ ਹੈ, ਲੈਂਡ ਸਰਫੇਸ ਦੇ ਵਿੱਚ ਆਉਂਦੇ ਹੈ, ਉਦੋਂ ਹੀ ਉਹਨਾਂ ਦੀ એનર્ਜੀ ਡਿਸਿਪੇਟ ਹੋਣਾ ਸ਼ੁਰੂ ਹੋ ਜਾਂਦੀ ਹੈ। then we know ਕਿ surely it will die out now। ਕਾਰਨ ਕੀ ਹੈ? ਕਾਰਨ ਹੈ ਜੀ ਲੇਟੈਂਟ ਹੀਟ ਆਫ ਕੰਡੈਂਸੇਸ਼ਨ। ਉਹ એનર્ਜੀ ਹੈ, ਉਹ ਸਾਈਕਲ ਚਲਾ ਰਹੀ ਹੈ ਪੂਰਾ ਫਿਊਲ ਦੇ ਤੌਰ ਤੇ। ਦੇਖੋ ਜ਼ਰਾ, ਆਪਾਂ ਗੱਲ ਕੀਤੀ ਕਿ ਲੈਟਸ ਸੇ ਦਿਸ ਇਜ਼ ਅ ਲੋ ਪ੍ਰੈਸ਼ਰ ਸਿਸਟਮ ਓਵਰ ਹੇਅਰ, ਤਾਂ ਇਹਨੂੰ ਭਰਨ ਵਾਸਤੇ ਕੁਛ ਇੱਥੋਂ ਹਵਾ ਆਈ, ਕੁਛ ਇੱਥੋਂ, ਕੁਛ ਇੱਥੋਂ, ਕੁਛ ਇੱਥੋਂ। ਇਵੈਂਚੁਅਲੀ ਵੀ ਵਿਲ ਸੀ ਕਿ ਇਹ ਹਵਾ ਇਹਨੂੰ ਭਰ ਤਾਂ ਨਹੀਂ ਪਾਊਗੀ, ਰਾਈਟ। ਸੋ ਇਹ ਹਵਾ ਕੀ ਕਰ ਰਹੀ ਹੈ, ਕਿਉਂਕਿ ਸਰਫੇਸ ਸਾਰਾ ਹੈਗਾ ਵਾਰਮ, ਤਾਂ ਇਸ ਹਵਾ ਦੀ, ਇਸ ਵਿੰਡ ਦੀ, ਇਸ 에ਅਰ ਦੀ ਟੈਂਡੈਂਸੀ ਕੀ ਹੈ? ਟੈਂਡੈਂਸੀ ਟੂ ਰਾਈਜ਼ ਅਪ, ਟੈਂਡੈਂਸੀ ਟੂ ਰਾਈਜ਼ ਅਪ, ਟੈਂਡੈਂਸੀ ਟੂ ਰਾਈਜ਼ ਅਪ ਇਨ ਅ ਸਪਾਇਰਲਿੰਗ ਮੋਸ਼ਨ। ਤੁਸੀਂ ਆਪ ਸੋਚੋ ਹੁਣ ਕਿ ਆ ਹੋ ਕੀ ਰਿਹਾ ਉਰੇ, ਕਿ ਇੱਥੋਂ ਆਸ-ਪਾਸ ਤੋਂ ਹਾਈ ਪ੍ਰੈਸ਼ਰ ਸਿਸਟਮ ਤੋਂ ਇਸ ਲੋ ਪ੍ਰੈਸ਼ਰ ਸਿਸਟਮ ਨੂੰ ਭਰਨ ਵਾਸਤੇ ਹਵਾ ਆ ਰਹੀ ਸੀ। then it starts to climb up। ਕਿਉਂ? ਕਿਉਂਕਿ ਭਰ ਹੀ ਨਹੀਂ ਪਾ ਰਹੀ। ਤਾਂ ਇਵੈਂਚੁਅਲੀ ਤੁਸੀਂ ਦੇਖੋਗੇ ਕਿ ਯਾਰ ਇਹ ਲੋ ਪ੍ਰੈਸ਼ਰ ਸਿਸਟਮ ਹੈ, ਇਹ ਤਾਂ ਉਵੇਂ ਦਾ ਉਵੇਂ ਹੀ ਰਹਿ ਗਿਆ। ਇਹਨੂੰ ਭਰਨ ਵਾਸਤੇ ਹਵਾ ਆਈ ਸੀ, ਉਹ ਵੀ ਇਹਨੂੰ ਭਰ ਨਹੀਂ ਪਾਈ, ਤਾਂ ਹੋਰ ਹਵਾ ਆਊਗੀ ਆਸ-ਪਾਸ ਦੇ ਰੀਜਨਸ ਟੂ ਫਿਲ ਦਿਸ ਸਿਸਟਮ ਅਗੇਨ। ਇਹ ਜਿਹੜੀ ਹਵਾ ਹੈ ਤਾਂ ਉੱਤੇ ਜਾਈ ਜਾ ਰਹੀ ਹੈ, ਉੱਤੇ ਜਾਈ ਜਾ ਰਹੀ ਹੈ। ਜੇ ਉੱਤੇ ਜਾ ਰਹੀ ਹੈ, ਉਹਦਾ ਇੱਕ ਰੋਲ ਆਉਣ ਵਾਲਾ ਹੋ ਰਿਹਾ। ਦੇਖੋ ਜ਼ਰਾ, ਆਪਾਂ ਉਹਨੇ ਗੱਲ ਕੀਤੀ ਹੈ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਦੀ। ਆਪਣੇ ਪੁਰਾਣੀ ਸੀਰੀਜ਼ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਲੇਟੈਂਟ ਦਾ ਮਤਲਬ ਹੈ ਕਿ ਹਿਡਨ ਫਾਰਮ ਦੇ ਵਿੱਚ ਉਰੇ ਹੀਟ ਹੈ। ਯਾਨੀ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਆਹ ਜਿਹੜਾ ਮੋਇਸਚਰ ਉਰੇ ਹੈਗਾ ਜਸਟ ਅਬਵ ਦੀ ਸਰਫੇਸ ਆਫ ਦੀ ਓਸ਼ਨ, ਉੱਥੇ ਜਿਹੜਾ ਮੋਇਸਚਰ ਹੈਗਾ ਉੱਤੇ ਵੇਪਰ ਫਾਰਮ ਦੇ ਵਿੱਚ ਹੈ, ਰਾਈਟ, ਗੈਸ ਫਾਰਮ ਦੇ ਵਿੱਚ ਹੈ, ਇਵੈਪੋਰੇਟ ਹੋ ਕੇ ਗਿਆ। ਇਵੈਪੋਰੇਟ ਹੋ ਕੇ ਗਿਆ ਮਤਲਬ ਉਸਨੇ એનર્ਜੀ ਅਬਜ਼ੌਰਬ ਕੀਤੀ ਹੈ, એનર્ਜੀ ਅਬਜ਼ੌਰਬ ਕੀਤੀ ਹੈ, ਹਿਡਨ ਫਾਰਮ ਵਿੱਚ ਆਪਣੇ ਕੋਲ ਰੱਖ ਲਈ ਹੈ। ਜਿਵੇਂ 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 ਉਹ ਹਵਾ ਉੱਤੇ ਜਾਈ ਜਾਊਗੀ, ਇਵੈਂਚੁਅਲੀ ਇਟ ਵਿਲ ਸਟਾਰਟ ਟੂ ਕੂਲ ਡਾਊਨ। ਦ ਮੋਮੈਂਟ ਇਟ ਕੂਲਸ ਡਾਊਨ, ਕੱਲ ਆਪਾਂ ਰਿਲੇਟਿਵ ਹਿਊਮਿਡਿਟੀ ਦੀ ਵੀ ਗੱਲ ਕੀਤੀ ਸੀਗੀ, ਰਾਈਟ, ਕੰਡੈਂਸੇਸ਼ਨ ਉਰੇ ਹੋਣੀ ਸ਼ੁਰੂ ਹੋ ਜਾਣੀ। ਕੰਡੈਂਸੇਸ਼ਨ ਜਦੋਂ ਹੋ ਰਹੀ ਹੈ ਤਾਂ ਦੈਟ ਮੀਨਸ ਕੁਝ ਐਕਸਟਰਾ એનર્ਜੀ ਜੋ ਹੈ ਉਹ ਹੁਣ ਰਿਲੀਜ਼ ਹੋਊਗੀ। ਇਵੈਪੋਰੇਸ਼ਨ ਦੇ ਟਾਈਮ ਤੇ ਉਹ ਅਬਜ਼ੌਰਬ ਹੋਈ ਸੀਗੀ, ਤੇ ਉੱਤੇ ਜਾ ਕੇ ਜਦੋਂ ਕੰਡੈਂਸ ਹੋ ਰਹੀ ਹੈ ਤਾਂ ਉਹ ਰਿਲੀਜ਼ ਹੋਣ ਵਾਲੀ ਹੈ। ਜੇ ਰਿਲੀਜ਼ ਹੋਗੀ ਤਾਂ ਕਿਆ ਆਸ-ਪਾਸ ਉੱਤੇ ਦੇਖੋ ਜ਼ਰਾ, ਕਿਆ ਟੈਂਪਰੇਚਰ ਵਧੂਗਾ? ਦੀ ਆਂਸਰ ਇਜ਼ ਯੈਸ, ਕਿਉਂਕਿ એનર્ਜੀ ਰਿਲੀਜ਼ ਹੋ ਰਹੀ ਹੈ, ਟੈਂਪਰੇਚਰ ਵਧ ਰਿਹਾ। ਹੁਣ ਟੈਂਪਰੇਚਰ ਵਧ ਰਿਹਾ ਜੀ, ਦੇਖੋ ਜ਼ਰਾ, ਟੈਂਪਰੇਚਰ ਵੱਧ ਗਿਆ ਇਸ 에ਅਰ ਪਾਰਸਲ ਦਾ। ਜਿਹੜੇ ਉਰੇ 에ਅਰ ਪਾਰਸਲ ਸੀਗੇ ਇਹਨਾਂ ਦਾ ਟੈਂਪਰੇਚਰ ਵੱਧ ਚੁੱਕਿਆ। ਜੇ ਟੈਂਪਰੇਚਰ ਵੱਧ ਚੁੱਕਿਆ ਤਾਂ ਕਿਆ ਇਹ ਜ਼ਿਆਦਾ ਹਾਈਟ ਤੱਕ ਰਾਈਜ਼ ਕਰ ਸਕਦੇ? ਦੁਬਾਰਾ ਸੋਚੋ ਇਸ ਗੱਲ ਕਿ ਜੇ ਇਸ 에ਅਰ ਪਾਰਸਲ ਦਾ ਉਰੇ ਟੈਂਪਰੇਚਰ ਵੱਧ ਗਿਆ ਬਿਕੋਜ਼ ਆਫ ਰਿਲੀਜ਼ ਆਫ ਲੇਟੈਂਟ ਹੀਟ ਆਫ ਕੰਡੈਂਸੇਸ਼ਨ, ਤਾਂ ਕਿਆ ਇਹ ਫਰਦਰ ਅਪਲਿਫਟ ਹੋ ਸਕਦਾ? ਕਿਉਂਕਿ ਇਟ ਇਜ਼ ਵਾਰਮਰ ਇਨ ਨੇਚਰ ਐਸ ਕੰਪੇਅਰ ਟੂ ਦ ਸਰਾਊਂਡਿੰਗਸ। ਕੋਈ ਵੀ 에ਅਰ ਪਾਰਸਲ ਉਦੋਂ ਤੱਕ ਹੀ ਰਾਈਜ਼ ਕਰਦਾ ਜਦੋਂ ਉਹਦੀ ਡੈਂਸਿਟੀ, ਯਾਨੀ ਕਿ ਉਹਦਾ ਟੈਂਪਰੇਚਰ ਨਾਲ ਆਪਾਂ ਡੀਲ ਕरें, ਜਦੋਂ ਉਹਦੀ ਡੈਂਸਿਟੀ ਬਾਕੀਆਂ ਦੇ ਨਾਲ ਘੱਟ ਹੈ, ਉਹ ਲਾਈਟ ਹੈ, ਉੱਤੇ ਜਾਈ ਜਾ ਰਿਹਾ, ਉੱਤੇ ਜਾ ਰਿਹਾ। ਜਦੋਂ ਉਹਦੀ ਡੈਂਸਿਟੀ ਵੱਧ ਜੂਗੀ ਤਾਂ ਉਹ ਸਿੰਕ ਕਰਨਾ ਸ਼ੁਰੂ ਕਰ ਦੂਗਾ। ਇਸ ਕੇਸ ਵਿੱਚ ਇਹਦੀ ਡੈਂਸਿਟੀ ਵੱਧ ਨਹੀਂ ਰਹੀ, ਕਿਉਂ? ਕਿਉਂਕਿ ਜਿਵੇਂ ਹੀ ਉਹ ਕੰਡੈਂਸ ਹੋ ਰਿਹਾ ਸੀਗਾ ਤਾਂ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਰਿਲੀਜ਼ ਹੋਣੀ ਸ਼ੁਰੂ ਹੋ ਗਈ। ਉਹ ਰਿਲੀਜ਼ ਹੋਈ ਤਾਂ ਉਹਨੇ ਉਹਨੂੰ ਫਰਦਰ ਅਪਲਿਫਟ ਕਰਤਾ। ਯਾਨੀ ਕਿ ਜੇ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਨਾ ਰਿਲੀਜ਼ ਹੁੰਦੀ ਜਿੰਨੀ ਮਾਤਰਾ ਵਿੱਚ ਹੁਣ ਰਿਲੀਜ਼ ਹੋ ਰਹੀ ਹੈ, ਤਾਂ ਇਹਨੇ ਲੈਟਸ ਸੇ 2 ਕਿਲੋਮੀਟਰ ਤੱਕ ਰਾਈਜ਼ ਕਰਨਾ ਸੀਗਾ। ਪਰ ਹੁਣ ਬਿਕੋਜ਼ ਆਫ ਰਿਲੀਜ਼ ਆਫ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਇਹ ਨਾ 3 ਕਿਲੋਮੀਟਰ ਤੱਕ ਹਾਈਟ ਕਰ ਗਿਆ ਗੇਨ, ਜਾਂ 4 ਕਿਲੋਮੀਟਰ ਤੱਕ ਹਾਈਟ ਗੇਨ ਕਰ ਗਿਆ। ਯਾਨੀ ਕਿ ਹੁਣ ਤੁਸੀਂ ਆਪ ਸੋਚੋ ਕਿ ਇਹ ਹਵਾ ਲੋ ਪ੍ਰੈਸ਼ਰ ਸਿਸਟਮ ਨੂੰ ਭਰਨ ਵਾਸਤੇ ਆਈ ਸੀਗੀ, ਭਰ ਨਹੀਂ ਪਾਈ, ਸਪਾਇਰਲ ਮੋਸ਼ਨ ਅਕਵਾਇਰ ਕਰਦੀ ਕਰਦੀ ਇਟ ਸਟਾਰਟਸ ਟੂ ਰਾਈਜ਼ ਅਪ ਐਂਡ ਇਵੈਂਚੁਅਲੀ ਇਟ ਸਟਾਰਟਸ ਟੂ ਕੰਡੈਂਸ ਓਵਰ ਹੇਅਰ। ਕੰਡੈਂਸੇਸ਼ਨ ਹੋਈ, ਉਹਨੇ ਫਰਦਰ ਟੈਂਪਰੇਚਰ ਵਧਾਤਾ ਤੇ ਇਟ ਫਰਦਰ ਇੰਕਰੀਜ਼ਸ, ਇਟ ਫਰਦਰ ਗੇਨਸ ਦੀ ਹਾਈਟ। ਹੁਣ ਆਹ ਹਾਈਟ ਹੋ ਚੁੱਕੀ ਹੈ 4 ਕਿਲੋਮੀਟਰ ਦੇ ਆਸ-ਪਾਸ, ਰਾਈਟ। ਹੁਣ ਕਲਾਉਡ ਫਾਰਮੇਸ਼ਨ ਦੇਖੋ ਕਿੰਨੀ ਹਾਈਟ ਤੇ ਜਾ ਕੇ ਕਲਾਉਡ ਫਾਰਮੇਸ਼ਨ ਹੁੰਦੀ ਜਾ ਰਹੀ ਹੈ। ਉਰੇ ਕਿਊਮੂਲੋਨਿੰਬਸ ਕਲਾਉਡ ਸਾਨੂੰ ਦੇਖਣ ਨੂੰ ਮਿਲ ਰਿਹਾ। ਤਾਂ ਇਵੈਂਚੁਅਲੀ ਹੁਣ ਦੇਖੋ ਜ਼ਰਾ, ਜਿਹੜੀ ਹਵਾ ਉਹ ਉਰੇ ਪਹੁੰਚ ਚੁੱਕੀ ਹੈ, ਲੈਟਸ ਸੇ ਉਸ ਤੋਂ ਜ਼ਿਆਦਾ ਹਾਈਟ ਵੀ ਗੇਨ ਕਰ ਗਈ। ਟਰੂਲੀ ਮੈਂ ਤੋਂ ਪੁੱਛੋਗੇ ਕਿ ਟ੍ਰੋਪੀਕਲ ਸਾਈਕਲੋਨ ਦੇ ਵਿੱਚ ਜਿਹੜੇ ਕਿਊਮੂਲੋਨਿੰਬਸ ਕਲਾਉਡਸ ਹੁੰਦੇ ਆ, ਉਹ ਤੁਸੀਂ ਦੇਖੋਗੇ 8 9 10 ਕਿਲੋਮੀਟਰ 12 ਕਿਲੋਮੀਟਰ ਤੱਕ ਉਹਨਾਂ ਦਾ ਵਰਟੀਕਲ ਐਕਸਟੈਂਟ ਆ ਜਾਂਦਾ ਹੈ। ਤੋਂ ਲੈਟਸ ਸੇ ਉਹ ਇਹਨੇ ਹਾਈਟ ਗੇਨ ਕਰ ਲਈ। ਉਹ ਹਾਈਟ ਤਾਂ ਹੀ ਗੇਨ ਕੀਤੀ ਹੈ ਬਿਕੋਜ਼ ਆਫ ਲੇਟੈਂਟ ਹੀਟ ਆਫ ਕੰਡੈਂਸੇਸ਼ਨ। ਉਹ ਹਾਈਟ ਗੇਨ ਕੀਤੀ ਤਾਂ ਹੁਣ ਇਵੈਂਚੁਅਲੀ ਕਲਾਉਡ ਫਾਰਮੇਸ਼ਨ ਤਾਂ ਹੋ ਚੁੱਕੀ ਹੈ। ਜਿਹੜੀ ਹੁਣ ਹਵਾ ਹੈ ਉਹ ਡਰਾਈ ਹੋ ਚੁੱਕੀ ਹੈ, ਉਹ ਹੁਣ ਸਪਰੈਡ ਕਰਨਾ ਸ਼ੁਰੂ ਕਰ ਗਈ ਕੁਝ ਇਸ ਤਰੀਕੇ ਨਾਲ, ਤੇ ਕੁਝ ਪਾਰਟ ਉਹਦਾ ਸੀਗਾ ਜਿਹੜਾ ਆਈ ਦੇ ਵਿੱਚ ਸਿੰਕ ਕਰਨਾ ਸ਼ੁਰੂ ਕਰ ਗਿਆ। ਬਟ ਇੰਨਾ ਨਹੀਂ ਹੈਗਾ ਕਿ ਉਹ ਆਈ ਦੇ ਲੋ ਪ੍ਰੈਸ਼ਰ ਸਿਸਟਮ ਨੂੰ ਭਰ ਦੂਗਾ, ਨਹੀਂ, ਐਸਾ ਕੁਝ ਨਹੀਂ। ਤਾਂ ਇਵੈਂਚੁਅਲੀ ਤੁਸੀਂ ਦੇਖੋਗੇ ਕਿ ਗ੍ਰੇਟਰ ਹਾਈਟ ਤੋਂ ਹਵਾ ਡਿਸੈਂਡ ਕਰ ਰਹੀ ਹੈ ਦੂਰ ਜਾ ਕੇ, ਤਾਂ ਇਸ ਪੂਰੇ ਸਾਈਕਲ ਨੂੰ ਦੁਬਾਰਾ ਫੀਡ ਕਰ ਰਹੀ ਹੈ ਹਵਾ। ਦੇਖੋ ਉਨਾ ਹੀ ਜ਼ਿਆਦਾ ਇੰਟੈਂਸਿਟੀ ਨਾਲ ਸਾਈਕਲ ਚੱਲਦਾ ਜਾਊਗਾ। ਜੇ ਆਹੀ ਹਵਾ ਲੈਟਸ ਸੇ 1 ਕਿਲੋਮੀਟਰ ਤੇ ਜਾ ਕੇ ਸਿੰਕ ਕਰ ਜਾਂਦੀ ਤਾਂ ਇਸ ਸਿਸਟਮ ਨੂੰ ਫਰਦਰ ਇੰਟੈਂਸੀਫਾਈ ਨਹੀਂ ਕਰ ਪਾਉਂਦੀ।
ਹੁਣ ਦੇਖੋ ਆ ਹਵਾ ਬਹੁਤ ਦੂਰ ਜਾ ਕੇ ਡਿਸੈਂਡ ਕਰ ਰਹੀ ਹੈ ਐਂਡ ਦਿਸ ਇਜ਼ ਹੈਪਨਿੰਗ ਵਿਦ ਅਦਰ ਵਿੰਡਸ ਆਲਸੋ ਜੋ ਇਹਦੇ ਅਰਾਊਂਡ ਸਪਾਈਰਲ ਮੋਸ਼ਨ ਦੇ ਵਿੱਚ ਆ ਰਹੀ ਹੈ। ਸੋ ਹੁਣ ਤੁਸੀਂ ਦੇਖੋ ਕਿ ਇਹਦਾ ਜਿਹੜਾ ਡਾਇਆਮੀਟਰ ਹੈ ਤੁਹਾਨੂੰ ਦੇਖਣ ਨੂੰ ਮਿਲੂਗਾ let's say 300 ਕਿਲੋਮੀਟਰ ਵੀ ਕਿਤੇ ਦੇਖਣ ਨੂੰ ਮਿਲ ਸਕਦਾ ਹੈ। ਇੰਨੀ ਡੈਪਥ ਜਾਂ ਇੰਨਾ ਉਹ ਏਰੀਆ ਨੂੰ ਆਕਿਊਪਾਈ ਕਰਦਾ ਹੈ। 400 ਕਿਲੋਮੀਟਰ 500 ਕਿਲੋਮੀਟਰ ਰਾਈਟ। ਕਈ ਕਈ ਆਪਾਂ ਦੇਖਣ ਨੂੰ ਮਿਲਦਾ ਕਿ 1000 ਕਿਲੋਮੀਟਰ ਵੀ ਇੱਕ ਡਾਇਆਮੀਟਰ ਬਣ ਸਕਦਾ ਕਿਸੇ ਵੀ ਟ੍ਰੋਪੀਕਲ ਸਾਈਕਲੋਨ। ਸੋ ਜਿਹੜੇ ਇਹਦਾ એનર્ਜੀ ਦਾ ਸਾਈਕਲ ਹੈਗਾ ਉਹਦਾ ਸਵਿਚ ਕਿਹਦੇ ਹੱਥ 'ਚ ਹੈ? ਉਹਦਾ ਸਵਿਚ ਹੱਥ 'ਚ ਹੈ ਦੀ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਦੇ ਵਿੱਚ। ਲੇਟੈਂਟ ਹੀਟ ਆਫ ਕੰਡੈਂਸੇਸ਼ਨ ਉਦੋਂ ਹੀ ਮਿਲਦੀ ਰਹਿਣੀ ਹੈ ਜਦ ਤੱਕ ਉਹਦਾ ਜਿਹੜਾ ਉਹ ਲੈਟਸ ਸੇ ਟ੍ਰੋਪੀਕਲ ਸਾਈਕਲੋਨ ਹੈ ਉਹ ਇਟ ਇਜ਼ ਰਿਵੋਲਵਿੰਗ ਅਰਾਊਂਡ ਇਟ ਇਜ਼ ਇਨ ਦਾ ਓਸ਼ੀਅਨ ਪਾਰਟ। ਦ ਮੂਮੈਂਟ ਇਟ ਹਿਟਸ ਦ ਲੈਂਡ ਪਾਰਟ, ਲੈਂਡ ਦੇ ਵਿੱਚ ਤੁਸੀਂ ਦੇਖੋਗੇ ਇਟ ਹਿਟਸ ਤੇ ਉਦੋਂ ਇਹਦਾ ਜਿਹੜਾ ਮੋਇਸਚਰ ਵਾਲਾ ਪਾਰਟ ਹੈ ਉਹ ਉਹਦੀ ਸਪਲਾਈ ਘਟ ਜਾਂਦੀ ਹੈ। ਉਹਦੀ ਸਪਲਾਈ ਘਟ ਜਾਂਦੀ ਹੈ ਤਾਂ ਉਦੋਂ ਤੁਸੀਂ ਦੇਖੋਗੇ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਵੀ ਘਟ ਜਾਂਦੀ ਹੈ। ਜੇ ਘਟ ਜਾਂਦੀ ਹੈ ਤਾਂ ਜਿਹੜੇ ਕਲਾਊਡ ਫਾਰਮੇਸ਼ਨ ਹੈ ਉਹ ਜ਼ਿਆਦਾ ਹਾਈਟ ਤੱਕ ਹੋ ਹੀ ਨਹੀਂ ਪਾ ਰਹੀ। ਇਵੈਂਚੁਅਲੀ ਆ ਜਿਹੜਾ ਸਿਸਟਮ ਹੈ ਧੀਰੇ 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 ਦੇ ਡਾਈ ਆਊਟ। of course friction is also one such factor but main factor is latent heat of condensation. So second statement is correct. They commonly occur over cold ocean currents. No, cold ocean current ਦੇ ਵਿੱਚ ਤਾਂ temperature ਘਟ ਜਾਊਗਾ ਤਾਂ we need a warm temperature over here. So in this case the right answer is A, 1 and 2 only. Next, consider the following statements about the eye of tropical cyclone. It is most violent part of the cyclone. No, it's not the most violent part of the cyclone. In fact, eye wall ਜਿਹੜੀ ਹੈਗੀ ਹੈ ਉਹ most violent ਹੁੰਦੀ ਹੈ, not the eye part. eye part ਤਾਂ ਤੁਸੀਂ ਦੇਖੋਗੇ it is calm region. ਇਹਨੂੰ ਸਰਾਊਂਡ ਕਰਦੀ ਹੋਈ ਇੱਕ ਵਾਲ ਹੈ ਜਿਹਨੂੰ ਆਪਾਂ ਕਹਤਾ ਆਈ ਵਾਲ। ਦਿਸ ਇਜ਼ ਆਈ ਵਾਲ ਰਾਈਟ। ਤੇ ਜੇ ਮੈਂ ਇਹਦਾ ਕੁਝ ਕ੍ਰਾਸ ਸੈਕਸ਼ਨਲ ਵਿਊ ਤੁਹਾਨੂੰ ਦਿਖਾਵਾਂ ਤਾਂ ਇਹ ਕੁਝ ਆਈ ਹੋਊਗਾ ਐਂਡ ਦਿਸ ਪਾਰਟ ਵਿਚ ਇਜ਼ ਸਰਾਊਂਡਿੰਗ ਦੀ ਆਈ, this part, this is eye wall. Then you will have let's say again ਇਹਦੀ ਹਾਈਟ ਬਹੁਤ ਜ਼ਿਆਦਾ ਹੋਣ ਵਾਲੀ ਹੈ ਕਿਉਂਕਿ ਉਰੇ ਤੁਹਾਨੂੰ ਕਿਊਮੂਲੋਨਿੰਬਸ ਕਲਾਊਡ ਦੇਖਣ ਨੂੰ ਮਿਲ ਰਹੇ। ਫਿਰ ਉਸ ਤੋਂ ਬਾਅਦ ਕੁਝ ਰੇਨ ਬੇਰਿੰਗ ਸਪਾਇਰਲਸ ਤੁਹਾਨੂੰ ਉਰੇ ਵੀ ਦੇਖਣ ਨੂੰ ਮਿਲਣਗੇ, ਕੁਝ ਉਰੇ। ਆਫ ਕੋਰਸ ਜਿੰਨਾ ਆਪਾਂ ਦੂਰ ਜਾਈ ਜਾਵਾਂਗੇ ਉਨਾ ਇਹਦੀ ਜਿਹੜੀ ਹਾਈਟ ਹੈ ਉਹ ਘਟਦੀ ਜਾਊ। ਕੁਝ ਇਸ ਤਰੀਕੇ ਰਾਈਟ। ਸੋ ਉਰੇ ਜਿਹੜੀ ਹਵਾ ਹੈ ਉਹ ਕੁਝ ਇਸ ਤਰੀਕੇ ਨਾਲ ਇੱਥੋਂ ਉੱਤੇ ਜਾ ਰਹੀ ਹੈ, ਸਪਾਇਰਲ ਦੀ ਫਾਰਮ ਵਿੱਚ ਉੱਤੇ ਜਾ ਰਹੀ ਹੈ ਤੇ ਕਲਾਊਡ ਫਾਰਮੇਸ਼ਨ ਕਰ ਰਹੀ ਹੈ। ਸੇਮ ਥਿੰਗ ਇਜ਼ ਹੈਪਨਿੰਗ ਓਵਰ ਹੇਅਰ ਆਲਸੋ ਐਂਡ that air which went up resulted in formation of clouds. It sinks down over here, it sinks down over here, similarly sinks down over here. ਤਾਂ ਜਿਹੜੇ ਆਹ ਰੀਜਨ ਹੈਗੇ ਜਿਹਦੇ ਵਿੱਚ ਮੈਂ ਕੁਝ ਮਾਰਕ ਨਹੀਂ ਕੀਤਾ ਹੈਗਾ ਇਹ ਦੇ ਆਰ ਰਿਲੇਟਿਵਲੀ ਕਾਮ ਰੀਜਨਸ ਐਂਡ ਜਿੱਥੇ ਮੈਂ ਰੈਡ ਕਲਰ ਦੇ ਮਾਰਕ ਕੀਤੇ ਹੋਏ these regions experience thunderstorm activities, high rainfall, right? So I ਦੀ ਜਿਹੜੀ ਗੱਲ ਹੈ ਉਹ ਆਈ ਇਹ, and these bands which are surrounding the eyes they are eye walls. So it has descending air and clear skies. The answer is yes. So we have 2 only as the right answer. Next, this question deals with extratropical cyclones. Match the following features with the associated frontal system. Warm front, cold front and occluded front. देखो fronts ਬਣਦੇ ਆ ਜਦੋਂ ਆਪਾਂ ਕੱਲ ਵੀ ਗੱਲ ਕੀਤੀ ਸੀ fronts ਬਣਦੇ ਆ ਜਦੋਂ ਦੋ contrasting air mass they interact with each other. We have a colder air mass over here and we have a warmer air mass. ਆਪਾਂ ਕੱਲ ਗੱਲ ਕੀਤੀ ਸੀ ਕਿ ਸਬ ਪੋਲਰ ਰੀਜਨਸ ਦੇ ਬਾਰੇ ਵਿੱਚ। ਤਾਂ ਸਬ ਪੋਲਰ ਰੀਜਨਸ ਵਿੱਚ ਆਪਾਂ ਗੱਲ ਕੀਤੀ ਕਿ ਇੱਥੋਂ ਕੋਲਡਰ 에ਅਰ ਮਾਸ ਆ ਰਿਹਾ ਤੇ ਇੱਥੋਂ ਰਿਲੇਟਿਵਲੀ ਵਾਰਮਰ 에ਅਰ ਮਾਸ ਆ ਰਿਹਾ। ਤਾਂ ਜਿਵੇਂ ਹੀ ਦੋਵਾਂ ਦੀ ਇੰਟਰੈਕਸ਼ਨ ਹੁੰਦੀ ਹੈ ਕੋਲਡਰ 에ਅਰ ਮਾਸ ਇਜ਼ ਡੈਂਸਰ ਇਨ ਨੇਚਰ ਐਂਡ ਵਾਰਮਰ 에ਅਰ ਮਾਸ ਇਜ਼ ਰਿਲੇਟਿਵਲੀ ਲੈਸ ਡੈਂਸਰ। ਸੋ ਦੋਵਾਂ ਦੀ ਜਦੋਂ ਇੰਟਰੈਕਸ਼ਨ ਹੋ ਰਹੀ ਹੈ ਵਾਰਮਰ 에ਅਰ ਮਾਸ ਹੈਜ਼ ਦ ਟੈਂਡੈਂਸੀ ਟੂ ਰਾਈਜ਼ ਅਪ ਰਾਈਟ। ਹੁਣ ਫਰੰਟ ਕਦੋਂ ਬਣੂਗਾ? ਫਰੰਟ ਉਦੋਂ ਬਣੂਗਾ ਜੀ ਜਦੋਂ ਇਹ ਦੋ 에ਅਰ ਮਾਸ ਆ ਰਹੇ ਹੈ ਇਹਨਾਂ ਵਿੱਚੋਂ ਕਿਹੜਾ ਮੂਵ ਕਰ ਰਿਹਾ ਐਗਰੈਸਿਵਲੀ, ਕਿਹੜਾ ਮੂਵ ਕਰ ਰਿਹਾ ਅਗੇਂਸਟ ਦ ਅਦਰ ਵਨ। ਧਿਆਨ ਨਾਲ ਸੁਣੋ ਕਿ ਦੋ 에ਅਰ ਮਾਸ ਹੈ ਕਿਹੜਾ ਮੂਵ ਕਰ ਰਿਹਾ ਅਗੇਂਸਟ ਦੀ ਅਦਰ ਉਹ ਡਿਟਰਮਾਈਨ ਕਰੂਗਾ ਕਿ ਵਾਰਮ ਫਰੰਟ ਬਣ ਰਿਹਾ ਕੋਲਡ ਫਰੰਟ ਬਣ ਰਿਹਾ ਜਾਂ ਓਕਲੂਡਡ ਫਰੰਟ ਬਣ ਰਿਹਾ। ਵਾਰਮ ਫਰੰਟ ਦੇ ਵਿੱਚ ਕੀ ਹੋਣਾ ਜੀ ਇਟ ਇਜ਼ ਦ warm air mass which is sliding past, which is moving past the colder air mass. This is colder air mass, this is warmer air mass. Warm air ਜਿਹੜੀ ਆ ਰਹੀ ਹੈ it is moving past the colder air mass. So ਕੁਝ ਇਸ ਤਰੀਕੇ ਨਾਲ it will glide.
कुछ इस तरीके ਨਾਲ ਇੱਕ ਜੈਂਟਲ ਦੀ ਸਲੋਪ ਦੇਖਣ ਨੂੰ ਮਿਲੂਗੀ, ਕੁਝ ਐਸਾ ਹੀ ਹੋਗਾ ਐਗਜ਼ੈक्टली। ਸੋ ਓਵਰ ਹੇਅਰ gliding warm air and a steady rainfall, क्यों? क्योंकि warmer air mass it is getting uplifted, ਜਿਵੇਂ uplift ਹੋਊਗਾ ਥੋੜੇ ਹੌਲੀ 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 then condensation will start to take place over it, ਤਾਂ ਉਹਦੇ ਕਰਕੇ steady rainfall ਦਿਖੂਗੀ ਜੀ ਮੈਨੂੰ, ਜ਼ਿਆਦਾ abrupt rainfall ਮੇਰੇ को नहीं ਦਿਖਣੀ। then we have second case cold front, ਇਹਦੇ ਵਿੱਚ ਕੀ ਹੈ ਜੀ, it's the colder air mass which will move against the warmer air mass। now let's look at this case। so colder air mass is moving against the warmer air mass, ਇਹ it is much more denser, कुछ इस तरीके ਨਾਲ मूव कर रहा है and it has a tendency to lift this air mass in this way, in this way, in this way, rapid upliftment। ਜੇ ਰੈਪਿਡ ਅਪਲਿਫਟਮੈਂਟ ਹੋ ਰਹੀ ਹੈ, ਐਗਰੈਸਿਵ ਲਿਫਟਿੰਗ ਹੋ ਰਹੀ ਹੈ ਵਾਰਮ 에ਅਰ ਮਾਸ ਦੀ, ਤਾਂ ਤੁਸੀਂ ਉਰੇ ਦੇਖੋਗੇ ਕਿ ਉਰੇ ਥੰਡਰਸਟਾਰਮਸ ਆਣਗੇ, ਕਨਵੈਕਟਿਵ ਕਲਾਉਡਸ ਉਰੇ ਬਣ ਸਕਦੇ ਬਿਲਕੁਲ, ਕਿਊਮੂਲਰ ਨਿੰਬਸ ਕਲਾਉਡਸ, ਆਫ ਕੋਰਸ ਕਨਵੈਕਟਿਵ ਨਹੀਂ ਬਣਨਗੇ, ਸੌਰੀ ਫॉर ਸੇਇੰਗ दैट, ਕਿਊਮੂਲਰ ਨਿੰਬਸ ਕਲਾਉਡਸ ਉਰੇ ਬਣਨਗੇ, ਕਿਉਂ? ਕਿਉਂਕਿ ਐਗਰੈਸਿਵ ਲਿਫਟਿੰਗ ਹੋ ਰਹੀ ਹੈ ਜੀ, ਤਾਂ ਥੰਡਰਸਟਾਰਮਸ ਐਂਡ ਸਕੁਆਲਸ ਉਰੇ ਹੋਣਗੇ, ਦ ਆਂਸਰ ਇਜ਼ ਯੈਸ। then we have a clouded front, cold front overtakes the warm front, या colder air mass overtakes the warmer air mass। देखो let's assume कि उरे एक low pressure system बना हुआ सीगा, this region, on this side we have colder air mass and on this side we have warmer air mass, कुछ इस तरीके ना, कुछ इस तरीके Coriolis vector लगूगी, eventually they are moving like this, eventually they are moving like this। so एक time आऊगा ਜਦੋਂ colder air mass will completely overtake the warmer air mass, completely overtake the warmer air mass, यानी कि ਤੁਸੀਂ ਆ ਦੇਖੋ ਕਿ ਹੁਣ ਕੁਝ ਇਸ ਤਰੀਕੇ ਦਾ ਰੀਜਨ ਬਣ ਜਾਊਗਾ eventually। let's say this is warmer air mass and this whole part over here is colder air mass, colder air mass, colder air mass, ਵਿਚਾਲੇ ਜਿਹੜਾ ਹੈਗਾ this is warmer air mass, right? so ਜੇ ਤੁਸੀਂ ਇਹਦਾ ਕ੍ਰਾਸ ਸੈਕਸ਼ਨਲ ਵਿਊ ਦੇਖੋਗੇ ਤਾਂ ਕੁਝ ਇਸ ਤਰੀਕੇ ਨਾਲ ਦਿਖੂਗਾ, we have this is the surface and this thing over here we have, let's say over here we have colder air mass and over here also we have colder air mass। this is colder air mass जो ਪਿੱਛੋਂ ਨੂੰ ਅਪਰੋਚ ਕਰ ਰਿਹਾ ਇਸ ਤਰੀਕੇ ਨਾਲ and it is uplifting, it is trying to uplift this air mass aggressively। on the other hand ਜਿਹੜਾ warmer air mass ਹੈ it is moving in this direction ਤੇ relatively ਉਹ gentle glide ਉਰੇ ਲੈ ਰਿਹਾ when it's moving towards the colder air mass। ਪਰ ਸਰਫੇਸ ਤੋਂ ਉੱਤੋਂ ਚੱਕਦਾ ਹੂੰ, ਸਰਫੇਸ ਦੇ ਨਾਲ ਕੋਈ ਵੀ ਕੰਟੈਕਟ ਨਹੀਂ ਰਿਹਾ ਹੈਗਾ ਵਾਰਮਰ 에ਅਰ ਮਾਸ ਦਾ, ਸਾਰੇ ਸਰਫੇਸ ਦੇ ਵਿੱਚ ਥੱਲੇ ਜਿਹੜਾ ਹੈਗਾ ਉਹ ਹੈਗਾ ਕੋਲਡਰ 에ਅਰ ਮਾਸ, ਤੇ ਵਾਰਮਰ 에ਅਰ ਮਾਸ ਜਿਹੜਾ ਹੈਗਾ ਛੋਟੀ ਜਿਹੀ ਪਾਕਟ ਦੇ ਵਿੱਚ ਰਹਿ ਚੁੱਕਿਆ ਜੀ ਉੱਤੇ ਜਾ ਕੇ, ਦਿਸ ਇਜ਼ ਨੋਨ ਐਸ ਆਕਲੂਡਡ ਫਰੰਟ, ਰਾਈਟ। ਸੋ ਉਰੇ ਇਹ ਇੱਕ ਵੀਕਨਿੰਗ ਸਿਸਟਮ ਬਣ ਜਾਂਦਾ। ਜਦੋਂ ਆਪਾਂ ਟ੍ਰੋਪੀਕਲ ਸਾਈਕਲੋਨਸ ਦੀ ਗੱਲ ਕੀਤੀ ਸੀ ਉਹਦੇ ਵਿੱਚ ਆਪਾਂ ਇੱਕ ਅਲੱਗ ਤਰੀਕਾ ਦੇਖਿਆ ਸੀਗਾ, ਐਕਸਟਰਾ ਟ੍ਰੋਪੀਕਲ ਸਾਈਕਲੋਨਸ ਦੇ ਵਿੱਚ ਕੀ ਹੁੰਦਾ ਹੈ, ਐਕਸਟਰਾ ਟ੍ਰੋਪੀਕਲ ਸਾਈਕਲੋਨਸ ਉਦੋਂ ਬਣਦੇ ਜਦੋਂ ਵੀ ਹੈਵ ਕੋਲਡਰ 에ਅਰ ਮਾਸ ਐਂਡ ਵੀ ਹੈਵ ਵਾਰਮਰ 에ਅਰ ਮਾਸ ਓਵਰ ਹੇਅਰ। ਵਾਰਮਰ 에ਅਰ ਮਾਸ ਦੀ ਟੈਂਡੈਂਸੀ ਹੈ ਟੂ ਅਪਲਿਫਟ, ਰਾਈਟ। ਤਾਂ ਜਿਵੇਂ ਆਪਾਂ ਲੇਟੈਂਟ ਹੀਟ ਆਫ ਕੰਡੈਂਸੇਸ਼ਨ ਦੀ ਗੱਲ ਉੱਥੇ ਕੀਤੀ ਸੀ ਤਾਂ ਉਹੀ ਉਰੇ ਗੱਲ ਵੀ ਹੋਣੀ। ਤਾਂ ਉਰੇ ਨਾ ਇਹ ਇੱਕ ਪਾਰਟ ਤਾਂ ਇਹ ਚੱਲ ਰਿਹਾ ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਕਿ ਦ ਮੂਮੈਂਟ ਦੇ ਇੰਟਰੈਕਟ ਵਿਦ ਈਚ ਅਦਰ ਇੱਕ 에ਅਰ ਮਾਸ ਉੱਤੇ ਅਪਲਿਫਟ ਹੋ ਰਿਹਾ, ਉਹਦੇ ਕਰਕੇ ਲੋ ਪ੍ਰੈਸ਼ਰ ਸਿਸਟਮ ਥੱਲੇ ਬਣ ਜਾਂਦਾ। ਦੂਜਾ ਕੇਸ ਬਣਦਾ ਹੈ ਅਗੇਨ, ਦੂਜਾ ਇਸੇ ਐਕਸਟਰਾ ਟ੍ਰੋਪੀਕਲ ਸਾਈਕਲੋਨ ਦੇ ਵਿੱਚ ਹੀ ਹੁੰਦਾ ਕਿ ਉੱਤੇ ਜੈਟ ਸਟ੍ਰੀਮ ਚੱਲਦੀ ਹੁੰਦੀ, ਜੈਟ ਸਟ੍ਰੀਮ ਕਰਕੇ ਵੀ ਇੱਕ ਏਡ ਮਿਲ ਜਾਂਦੀ ਹੈ ਟ੍ਰੋਪੀਕਲ ਐਕਸਟਰਾ ਟ੍ਰੋਪੀਕਲ ਸਾਈਕਲੋਨ ਨੂੰ ਫਾਰਮ ਹੋਣ ਵਾਸਤੇ। ਸੋ ਜਦੋਂ ਆਪਾਂ ਇਹ ਆਕਲੂਡਡ ਫਰੰਟ ਦੇ ਕੇਸ ਵਿੱਚ ਆ ਜਾਂਦੇ ਹਾਂ ਕਿ ਹੁਣ ਵਾਰਮਰ 에ਅਰ ਮਾਸ ਜਿੰਨਾ ਸੀਗਾ ਸਾਰਾ ਅਪਲਿਫਟ ਹੋ ਚੁੱਕਿਆ, ਹੁਣ ਜਿਹੜੀ ਟੈਂਡੈਂਸੀ ਹੈਗੀ ਹੈ 에ਅਰ ਦੇ ਉੱਤੇ ਜਾਣ ਦੀ ਬਹੁਤ ਜ਼ਿਆਦਾ ਘਟ ਚੁੱਕੀ ਹੈ ਕਿਉਂਕਿ ਜਿੰਨੀ ਸੀਗੀ ਉਹ ਜਾ ਚੁੱਕੀ ਹੈ। ਤਾਂ ਹੁਣ ਜਿਹੜਾ ਐਕਸਟਰਾ ਟ੍ਰੋਪੀਕਲ ਸਾਈਕਲੋਨ ਹੋਊਗਾ ਉਹ ਵੀਕਨ ਹੋਣਾ ਸ਼ੁਰੂ ਹੋ ਜਾਊਗਾ and this depicts the death of the extratropical cyclone, temperate cyclone ਆਪਾਂ ਜਿਹਨੂੰ ਵੀ ਕਹਿੰਦੇ। so in this case we have all the three as correctly matched। now extratropical cyclones form over warm oceans, okay, then they typically show a well developed eye, all right, they form along a polar front, they are associated with both warm and cold front। ਜੇ ਆਪਾਂ ਪਹਿਲੀ ਸਟੇਟਮੈਂਟ ਦੇਖੀਏ extratropical cyclones form over warm oceans, ਜੇ ਮੈਂ ਐਕਸਟਰਾ ਨੂੰ ਘਟਾਤਾ ਬਾਰੇ ट्रॉपिकल साइक्लोन की गल करिए ਤੁਸੀਂ ਦੇਖੋ ਕਿ ਹਾਂ ਸਰ ट्रॉपिकल साइक्लोन ਬਾਤ ਤਾਂ ਸਟੇਟਮੈਂਟ ਸਹੀ ਹੈ ਐਗਜ਼ੈਕਟਲੀ। ਐਗਜ਼ਾਮੀਨਰ ਨੇ ਕੀ ਕੀਤਾ ਹੈ, ट्रॉपिकल ਦੀ ਜਗ੍ਹਾ ਐਕਸਟਰਾ ट्रॉपिकल ਲਿਖਤਾ,
ਤਾਂ ਕੰਪੇਅਰ ਇੱਕ ਤੁਸੀਂ ਦੇਖੋਗੇ ਕਿ ਹਾਂ ਸਰ ਇਹ ਤਾਂ ਐਕਸਟਰਾ ਟ੍ਰੋਪੀਕਲ ਸਾਈਕਲੋਨ ਦੀ ਕੇਸ ਨਹੀਂ ਲੱਗ ਰਿਹਾ, ਮੈਨੂੰ ਟ੍ਰੋਪੀਕਲ ਦਾ ਹੀ ਲੱਗ ਰਿਹਾ। ਤਾਂ ਇਹ ਕੇਸ ਟ੍ਰੋਪੀਕਲ ਦਾ ਹੀ ਹੈ, ਬਸ ਤੁਹਾਨੂੰ ਇਨਕਰੈਕਟ ਜਾਂ ਤੁਹਾਨੂੰ ਕੰਫਿਊਜ਼ ਕਰਨ ਵਾਸਤੇ ਉਹਨਾਂ ਨੇ ਕਹਿਤਾ ਐਕਸਟਰਾ ਟ੍ਰੋਪੀਕਲ ਸਾਈਕਲੋਨ। ਐਕਸਟਰਾ ਟ੍ਰੋਪੀਕਲ ਸਾਈਕਲੋਨ ਆਪਾਂ ਦੇਖਦੇ ਹਾਂ ਤਾਂ ਉਹ ਕਿੱਥੇ ਬਣ ਰਹੇ ਆ, ਉਹ ਬਣਦੇ ਟੈਂਪਰੇਟ ਰੀਜਨ ਦੇ ਵਿੱਚ ਦੀ, ਬਿਯੋਂਡ 30 ਡਿਗਰੀ ਨਾਰਥ, ਅਪਰੋਕਸੀਮੇਟਲੀ ਲੈਟਸ ਸੇ 50 ਡਿਗਰੀ 60 ਡਿਗਰੀ ਨਾਰਥ ਤੱਕ ਉਰੇ ਤੁਹਾਨੂੰ ਟ੍ਰੋਪੀਕਲ ਸਾਈਕਲੋਨ ਐਕਸਟਰਾ ਟ੍ਰੋਪੀਕਲ ਸੌਰੀ ਐਕਸਟਰਾ ਟ੍ਰੋਪੀਕਲ ਸਾਈਕਲੋਨ ਦੇਖਣ ਨੂੰ ਮਿਲਦੇ ਆ। ਦੈਨ ਔਨ ਦੀ ਸਦਰਨ ਐਂਡ ਆਲਸੋ ਅਗੇਨ 30 ਡਿਗਰੀ ਸਾਊਥ ਤੋਂ ਲੈ ਕੇ 50 ਟੂ 60 ਡਿਗਰੀ ਸਾਊਥ ਤੁਹਾਨੂੰ ਐਕਸਟਰਾ ਟ੍ਰੋਪੀਕਲ ਸਾਈਕਲੋਨ ਦੇਖਣ ਨੂੰ ਮਿਲਦਾ। ਇਹ ਕੇਸ ਬਣਦਾ ਜੀ, ਰਾਈਟ। ਤਾਂ ਇਹ ਵਾਰਮ ਤਾਂ ਕਿਤੇ ਵੀ ਨਹੀਂ ਹੈਗੀ, ਦੇ ਆਰ ਨਾਟ ਵਾਰਮ ਓਸ਼ੀਅਨਸ, ਵਾਰਮ ਓਸ਼ੀਅਨਸ ਉੱਤੇ ਜਿੱਥੇ ਸਨਲਾਈਟ ਜ਼ਿਆਦਾ ਪੈ ਰਹੀ ਹੈ। ਸੋ ਐਕਸਟਰਾ ਟ੍ਰੋਪੀਕਲ ਸਾਈਕਲੋਨ ਦੇ ਡੂ ਨਾਟ ਫਾਰਮ ਓਵਰ ਵਾਰਮ ਓਸ਼ੀਅਨਸ, ਨੋ। ਐਂਡ ਦੈਨ ਦੇ ਟਿਪੀਕਲੀ ਸ਼ੋ ਅ ਵੈਲ ਡਿਵੈਲਪਡ ਆਈ। ਹੁਣ ਦੇਖੋ ਲੋ ਪ੍ਰੈਸ਼ਰ ਸਿਸਟਮ ਦਾ ਬਣਦਾ ਹੈ ਤਾਂ ਹੀ ਸਾਈਕਲੋਨ ਬਣੂਗਾ, ਬਟ ਵੈਲ ਡਿਵੈਲਪਡ ਆਈ ਟ੍ਰੋਪੀਕਲ ਸਾਈਕਲੋਨ ਚ ਬਣਦੀ ਹੈ। ਐਕਸਟਰਾ ਟ੍ਰੋਪੀਕਲ ਦੇ ਕੇਸ ਵਿੱਚ ਵੈਲ ਡਿਵੈਲਪਡ ਆਈ ਨਹੀਂ ਬਣਦੀ, ਕਿਉਂ? ਕਿਉਂਕਿ ਫਰੰਟਲ ਇਨ ਓਰੀਜਨ ਹੈ, ਫਰੰਟ ਬਣ ਰਿਹਾ, ਫਰੰਟ ਕਰਕੇ ਥੋੜੀ ਆਈ ਬਣ ਸਕਦੀ ਹੈ, ਸ਼ੇਪ ਲੈ ਲੈਂਦੀ ਹੈ, ਬਟ ਆਈ ਦਾ ਜਿਵੇਂ ਆਪਾਂ ਪਾਰਟ ਉੱਥੇ ਪਹਿਲਾਂ ਡਿਸਕਸ ਕੀਤਾ ਕਿ ਇੱਕ ਆਈ ਹੈ, ਇੱਕ ਆਈ ਬੈਂਡ ਹੈ, ਵੈਸਾ ਕੁਝ ਨਹੀਂ ਹੋਣੇ ਵਾਲਾ, ਰਾਈਟ। तो वेल डेवलप्ड आई और नहीं देखने को मिलती, द आंसर इज नो। दे फॉर्म along the polar front, exactly, they do form along the polar front, front बन रहे हैं जी, right? So polar regions, so we have colder air mass and then we have let's say warmer air mass over here, ਇਹਨਾਂ ਦੋਵਾਂ ਦੀ ਇੰਟਰੈਕਸ਼ਨ ਹੋ ਰਹੀ ਹੈ and one of this air mass will get uplifted. The moment it gets uplifted, it will create a something like a low pressure region over here. So they form along the polar front. Yes, they are associated with both warm and cold front. Exactly. चाहे warmer front बने चाहे colder front बने, ਤਾਂ ਇਹ ਤਾਂ ਬਣ ਸਕਦੇ हैं। तो we have 3 and 4 as the right answer in this case. Next, polar jet streams facilitate the deepening of extratropical cyclone. ਹੁਣ ਮੈਂ ਗੱਲ ਕੀਤੀ ਸੀਗੀ ਕਿ ਉਰੇ ਇੱਕ ਇੰਪੋਰਟੈਂਟ ਰੋਲ ਆਊਗਾ ਜੈਟ ਸਟ੍ਰੀਮਸ ਦਾ। ਜੈਟ ਸਟ੍ਰੀਮਸ ਆਰ ਨਥਿੰਗ ਬਟ a practical version of geostrophic winds जो कि higher in the atmosphere operate करती होंगी। They are not surface winds, they operate in the heights of atmosphere, approximately let's say 10 12 13 किलोमीटर के आसपास। relatively जो permanent jet streams हैं वो इस हाइट पे ऑपरेट कर रही होती हैं। हाँ, कुछ सेमी परमानेंट भी होनी है and they do operate at a lesser height, ये बात तो है। सो पोलर जेट स्ट्रीम की ਆਪਾਂ ਗੱਲ ਕਰੀਏ ਤਾਂ ਇਹ ਕਿੱਥੇ ਆਪਰੇਟ ਹੁੰਦੀ ਹੈ, ਇਹ ਕਰਦੀ ਹੈ ਜੀ ਅਪਰੋਕਸੀਮੇਟਲੀ 60 degree north, 60 degree south. Ure, they happen to be fast moving winds, again high in the atmosphere, right? And they are rotating, they are moving in this direction towards east जा रही है। ओरिजिन कित्थों है? वेस्ट तो है, तो वेस्टर्लीज भी कह देने आप। सो पोलर जेट स्ट्रीम्स फैसिलिटेट द डीपनिंग ऑफ एक्स्ट्रा ट्रॉपिकल साइक्लोन। ਹੁਣ ਦੇਖੋ ਜਿਹੜੀ ਜੈਟ ਸਟ੍ਰੀਮਸ ਹੈ ਨਾ, ਅਗੇਨ ਆਈ ਡੋਂਟ ਹੈਵ ਦ ਬੈਂਡਵਿਡਥ ਟੂ ਐਕਸਪਲੇਨ ਦਿਸ ਜੈਟ ਸਟ੍ਰੀਮ ਵਾਲਾ ਪਾਰਟ ਓਵਰ ਇਨ ਦਿਸ ਲੈਕਚਰ। ਜੇ ਤੁਹਾਨੂੰ ਲੈਕਚਰ ਨਹੀਂ ਲਗਾਏ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ, ਬਟ ਇੱਥੇ ਤੁਸੀਂ ਇੱਕ ਫੈਕਟ ਜ਼ਰੂਰ ਧਿਆਨ ਰੱਖੋ, ਜੇ ਜੈਟ ਸਟ੍ਰੀਮ ਕੁਝ ਇਸ ਤਰੀਕੇ ਨਾਲ ਮੀਐਂਡਰ ਕਰਦੀ ਹੈ ਤਾਂ ਇਹਦੇ ਅਰਾਊਂਡ ਕੀ ਹੁੰਦਾ ਕਿ ਉਰੇ ਨਾ, ਉਰੇ ਹਵਾ ਜਿਹੜੀ ਹੈਗੀ ਕਨਵਰਜ ਕਰਨਾ ਸ਼ੁਰੂ ਕਰੂਗੀ, ਕਨਵਰਜ, ਤੇ ਇਸ ਡਾਇਰੈਕਸ਼ਨ ਜਾਂ ਇਸ ਪਾਸੇ ਉਹ ਡਾਇਵਰਜ ਕਰੂ, यानी कि बहुत तेज निकलूगी हवा इथों ते इथों बहुत स्लो निकलूगी, और बहुत तेज निकलू। जे तेज निकल रही है तो मतलब की है, ਉਹਦਾ मतलब ਇਹ ਹੈ ਕਿ ਸਿੰਪਲ ਜੀ ਗੱਲ ਹੈ ਕਿ ਯਾਰ ਉਰੇ ਨਾ ਹਵਾ ਡਿਪਲੀਟ ਹੋ ਰਹੀ ਹੈ, ਉਹ ਡਿਪਲੀਟ ਹੋ ਰਹੀ ਹੈ, ਡਿਪਲੀਟ ਹੋ ਰਹੀ ਹੈ ਤਾਂ ਮਤਲਬ ਇਸ ਹਵਾ ਨੂੰ ਪੂਰਾ ਕਰਨ ਵਾਸਤੇ ਕਿਤੋਂ ਹਵਾ ਆ ਸਕਦੀ ਹੈ, ਤੇ ਆਨਸਰ ਇਸ ਯੈਸ, ਮੇ ਬੀ ਥੱਲੋਂ ਆ ਸਕਦੀ ਹੈ, ਮੇ ਬੀ ਥੱਲੋਂ ਆ ਸਕਦੀ। ਤੇ ਉਰੇ ਕੀ ਹੋ ਰਿਹਾ, ਜੇ ਹਵਾ ਕਨਵਰਜ ਕਰ ਰਹੀ ਹੈ यानी कि ਉਰੇ ਹਵਾ ਐਕਿਊਮੂਲੇਟ ਹੋ ਰਹੀ ਹੈ, ਜੇ ਹਵਾ ਐਕਿਊਮੂਲੇਟ ਹੋ ਰਹੀ ਹੈ ਤਾਂ ਹਵਾ ਜੇ ਇਕੱਠੀ ਹੋ ਰਹੀ ਹੈ, ਕਿਆ ਉਹ ਕਿਤੇ ਥੱਲੇ ਜਾ ਸਕਦੀ ਹੈ, ਦੀ ਆਨਸਰ ਇਸ ਯੈਸ, ਹਵਾ ਥੱਲੇ ਜਾ ਸਕਦੀ ਹੈ। ਜੇ ਥੱਲੇ ਜਾ ਰਹੀ ਹੈ ਤਾਂ ਸਰਫੇਸ ਤੇ ਕੀ ਬਣਾਉਗੀ ਇਹ, ਐਂਟੀ ਸਾਈਕਲੋਨਿਕ ਕੰਡੀਸ਼ਨਸ। ਤੇ ਉਰੇ ਕਿਉਂਕਿ ਹਵਾ ਘੱਟ ਹੈ ਉੱਤੇ ਜੈਟ ਸਟ੍ਰੀਮ ਚ, ਰਾਈਟ, ਡਾਇਵਰਜੈਂਸ ਹੋ ਰਹੀ ਹੈ, ਤਾਂ ਉਹਨੂੰ ਪੂਰਾ ਕਰਨ ਵਾਸਤੇ ਯੂ ਕੈਨ ਹੈਵ ਅ ਲੋ ਪ੍ਰੈਸ਼ਰ ਸਿਸਟਮ ਜੋ ਥੱਲੇ ਬਣ ਚੁੱਕਿਆ ਹੈ। ਹਵਾ ਥੱਲੋਂ ਉੱਤੇ ਜਾ ਰਹੀ ਹੈ ਤਾਂ ਇੱਕ ਦੇਖੋ ਯਾਰ, ਹਵਾ ਥੱਲੋਂ ਉੱਤੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਲੋ ਪ੍ਰੈਸ਼ਰ ਸਿਸਟਮ ਬਣ ਰਿਹਾ। ਤੇ ਮੰਨ ਲਓ ਕਿ ਉਹਦੇ ਅਰਾਊਂਡ ਹੀ ਲੈਟਸ ਸੇ ਜੇ ਫਰੰਟਸ ਦੀ ਫਾਰਮੇਸ਼ਨ ਵੀ ਹੋਈ ਹੈ ਤਾਂ ਫਿਰ ਕਿਆ ਤੁਸੀਂ ਦੇਖੋਗੇ ਜਿਹੜਾ ਲੋ ਪ੍ਰੈਸ਼ਰ ਸਿਸਟਮ ਸੀਗਾ ਬਿਕੋਜ਼ ਆਫ ਫਾਰਮੇਸ਼ਨ ਆਫ ਫਰੰਟ,
ਫਰੰਟਸ ਦੇ ਕੇਸ ਵਿੱਚ ਟੈਂਡੈਂਸੀ ਹੈ ਜੀ, ਟੈਂਡੈਂਸੀ ਹੈ ਵਾਰਮਰ 에ਅਰ ਮਾਸ ਦੀ ਟੂ ਅਪਲਿਫਟ, ਤੇ ਉਦੋਂ ਹੀ ਲੈਟਸ ਸੇ ਉਹਦੇ ਉੱਤੇ ਇੱਕ ਜੈਟ ਸਟ੍ਰੀਮ ਵੀ ਆ ਗਈ, ਜੈਟ ਸਟ੍ਰੀਮ ਨੇ ਵੀ ਉੱਥੇ ਲੋ ਪ੍ਰੈਸ਼ਰ ਸਿਸਟਮ ਬਣਾਤਾ, ਤਾਂ ਉਹ ਲੋ ਪ੍ਰੈਸ਼ਰ ਸਿਸਟਮ ਹੁਣ ਇੰਟੈਂਸੀਫਾਈ ਹੋਣਾ ਸ਼ੁਰੂ ਹੋ ਜਾਊਗਾ। So they facilitate deepening of extratropical cyclones. The answer is yes. These cyclones usually move from west to east. The answer is yes. ਜੇ ਆਪਾਂ ਐਕਸਟਰਾ ਟ੍ਰੋਪੀਕਲ ਸਾਈਕਲੋਨਸ ਦੀ ਗੱਲ ਕਰਦੇ ਹਾਂ ਤਾਂ ਦੇ ਜਨਰਲੀ ਮੂਵ ਅੰਡਰ ਦ ਇਨਫਲੂਐਂਸ ਆਫ ਵੈਸਟਰਲੀਜ਼ ਜੋ ਚੱਲ ਰਹੀਆਂ ਆਪਣੀ ਇਸ ਸਾਈਡ एंड देन वी ऑल्सो हैव जेट स्ट्रीम जो कुछ इस डायरेक्शन चल रही है, at times jet streams steer themselves या steer these tropical extra tropical cyclones along with them, ਤਾਂ ਇਹਨਾਂ ਦਾ ਜਿਹੜਾ ਪਾਥ ਹੈ ਉਹ ਜਨਰਲੀ ਵੈਸਟ ਟੂ ਈਸਟ ਹੁੰਦਾ ਹੈ as opposed to tropical cyclones ਜਿਹਦੇ ਵਿੱਚ they move primarily under the influence of easterlies. This is 0 degree equator and here we have a easterly, here we have a easterly, ਉਹਨਾਂ ਦੇ influence ਦੇ ਅੰਡਰ ਉਹ move ਕਰਦੇ। So this statement, these cyclones usually move west to east. The answer is yes. So in this case, their presence is limited to southern hemisphere. ये सारी गल्लां आप extratropical cyclones की perspective कर रहे हैं? No, ऐसा नहीं है। They can take place in, let's say, northern hemisphere. They can also be observed in southern hemisphere. So 1 and 2 is the right answer over here. D is the right answer. Next, how many of the above following are correct about the difference between two cyclones? Tropical cyclones are slow moving, yes, slower moving than extratropical cyclones. The answer is no. ट्रॉपिकल साइक्लोन ਜਿਹੜੇ ਹੈਗੇ ਆ ਉਹ ਬਹੁਤ ਤੇਜ਼ ਚੱਲ ਰਹੇ ਹਨ, ਕਿਉਂ? ਕਿਉਂਕਿ ਸਾਰੀ એનર્ਜੀ ਕਿੱਥੋਂ ਡਿਰਾਈਵ ਕਰ ਰਹੇ ਹਨ? ਦੇ ਆਰ ਡਰਾਈਵਿੰਗ देयर ਹੋਲ એનર્ਜੀ ਫਰਮ ਲੇਟੈਂਟ ਹੀਟ ਆਫ ਕੰਡੈਂਸੇਸ਼ਨ। ਤਾਂ ਉਹ ਸਾਈਕਲੋਨ ਜਿਹੜੇ ਹੈਗੇ ਆ ਦੇ ਆਰ ਵੈਰੀ ਫਾਸਟ। ਇਨਫੈਕਟ ਜੇ ਆਪਾਂ ਗੱਲ ਕਰੀਏ ਟ੍ਰੋਪੀਕਲ ਸਾਈਕਲੋਨ ਤੇ ਐਕਸਟਰਾ ਟ੍ਰੋਪੀਕਲ ਸਾਈਕਲੋਨ ਦੇ ਵਿੱਚ, ਐਕਸਟਰਾ ਟ੍ਰੋਪੀਕਲ ਸਾਈਕਲੋਨ ਤਾਂ ਲੈਂਡ ਦੇ ਉੱਤੇ ਵੀ ਬਣ ਸਕਦੇ, ਕਿਉਂ? ਕਿਉਂਕਿ ਲੈਂਡ ਦੇ ਉੱਤੇ ਵੀ ਤਾਂ ਯਾਰ ਜਿਹੜਾ ਕੋਲਡ 에ਅਰ ਮਾਸ ਹੈ ਤੇ ਵਾਰਮਰ 에ਅਰ ਮਾਸ ਆ ਸਕਦਾ, ਰਾਈਟ? ਤੇ ਉੱਥੇ ਵੀ ਤਾਂ ਜੈਟ ਸਟ੍ਰੀਮ ਦਾ ਲੋ ਪ੍ਰੈਸ਼ਰ ਸਿਸਟਮ ਆ ਸਕਦਾ। ਪਰ ਤੁਸੀਂ ਦੇਖੋਗੇ ਕਿ ਜਿਹੜਾ ਟ੍ਰੋਪੀਕਲ ਸਾਈਕਲੋਨ ਹੈ ਉਹ ਹਮੇਸ਼ਾ ਤੁਹਾਨੂੰ ਸੀ ਜਾਂ ਓਸ਼ਨ ਦੇ ਕੋਲ ਹੀ ਦੇਖਣ ਨੂੰ ਮਿਲੇਗਾ, ਠੀਕ ਹੈ? ਉੱਥੇ ਕਿਉਂ? ਕਿਉਂਕਿ ਉਹਦੀ ਜਿਹੜੀ ਮੇਨ એનર્ਜੀ ਹੈਗੀ ਆ ਉਹ ਹੈ ਲੇਟੈਂਟ ਹੀਟ ਆਫ ਕੰਡੈਂਸੇਸ਼ਨ, ਉਹਦੇ ਕਰਕੇ ਹੀ ਉਹ ਸਾਰਾ ਪਾਰਟ ਘੁੰਮ ਰਿਹਾ ਐਂਡ ਇਟ ਇਜ਼ ਰੋਟੇਟਿੰਗ ਵੈਰੀ ਫਾਸਟ, ਰਾਈਟ? ਸੋ tropical cyclones are, they are not slow moving, they are exactly and in fact they are fast moving as compared to extratropical ones. So extratropical cyclones form along the polar front due to baroclinic instability. The answer is yes. Baroclinic instability ਹੋਈ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ। The moment two air masses come in contact with each other, one of them has a tendency to rise up. This is baroclinic instability. Next, we have the energy source of tropical cyclone is pressure gradient force. No, this is not pressure gradient force. It is latent heat of condensation. I formation, I formation ਦੀ ਗੱਲ ਕਰੋ ਤੁਸੀਂ ਉਹਦੇ well developed I formation is unique to tropical cyclones. The answer is yes, ਕਿਉਂਕਿ I formation ਦਾ ਆਪਾਂ ਦੇਖਦੇ ਹਾਂ ਕਿ extra tropical ਦੇ ਵਿੱਚ ਵੀ ਹੋ ਸਕਦੀ, it's not unique, but well developed well structured I ਕਿੱਥੇ ਹੋਗੀ? tropical cyclones ਦੇ ਵਿੱਚ ਹੀ ਹੋ ਸਕਦੀ ਹੈ। precipitation in extra tropical cyclone is more prolonged and widespread. The answer is yes. ਜਿਹੜਾ ਐਕਸਟਰਾ ਟ੍ਰੋਪੀਕਲ ਸਾਈਕਲੋਨ ਹੁੰਦਾ ਇਹਦਾ ਜਨਰਲੀ ਆਪਾਂ ਦੇਖਦੇ ਹਾਂ ਏਰੀਆ ਵੀ ਹੁੰਦਾ ਜਿਹੜਾ ਉਹ ਇਟ ਇਜ਼ ਮੋਰ ਐਸ ਕੰਪੇਅਰ ਟੂ ਟ੍ਰੋਪੀਕਲ ਸਾਈਕਲੋਨਸ, ਇਟ ਇਜ਼ ਰਿਲੇਟਿਵਲੀ ਸਲੋ ਮੂਵਿੰਗ, ਠੀਕ ਹੈ? ਕਿਉਂਕਿ ਫਰੰਟਲ ਸਿਸਟਮ ਹੈ, ਠੀਕ ਹੈ? ਤਾਂ ਕਰਕੇ ਤੇ ਜੇ ਸਲੋ ਮੂਵ ਕਰ ਰਿਹਾ ਤਾਂ ਤੁਸੀਂ ਦੇਖੋਗੇ ਏਰੀਆ ਵੀ ਬਹੁਤ ਜ਼ਿਆਦਾ ਹੈ, ਤਾਂ ਰੇਨਫਾਲ ਵੀ ਬਹੁਤ ਜ਼ਿਆਦਾ ਏਰੀਆ ਤੱਕ ਉਰੇ ਆ ਸਕਦੀ ਹੈ। ਇਹਦੇ ਅਰਾਊਂਡ ਜਿਹੜੇ ਵੈਦਰ ਸਿਸਟਮਸ ਹੋਣਗੇ ਜਾਂ ਵੈਦਰ ਪ੍ਰੈਡਿਕਸ਼ਨ ਹੁੰਦੀ ਹੈ ਉਹ ਵੀ ਬਹੁਤ ਈਜ਼ੀ ਹੋ ਜਾਂਦੀ ਹੈ ਅਰਾਊਂਡ ਐਕਸਟਰਾ ਟ੍ਰੋਪੀਕਲ ਸਾਈਕਲੋਨ। ਉਹਨਾਂ ਨੂੰ ਪਤਾ ਹੁੰਦਾ ਕਿ ਲੈਟਸ ਸੇ ਹੁਣ ਇਹ ਫਰੰਟਲ ਸਿਸਟਮ ਆ ਰਿਹਾ, ਉਸ ਤੋਂ ਬਾਅਦ ਉੱਥੇ ਕਲਾਉਡ ਫਾਰਮੇਸ਼ਨ ਹੋਈ ਵੀ ਹੈ, ਲੈਟਸ ਸੇ 1-2 ਦਿਨ ਤੱਕ ਆਊਗਾ, ਤੀਸਰੇ ਦਿਨ ਨਹੀਂ ਆਊਗਾ, ਬਹੁਤ ਈਜ਼ੀ ਹੋ ਜਾਂਦਾ। ਤਾਂ ਹੀ ਤੁਸੀਂ ਦੇਖੋਗੇ ਇੰਗਲੈਂਡ ਦੇ ਕੇਸ ਵਿੱਚ ਇਹ ਫਰੰਟਸ ਬਹੁਤ ਐਕਟਿਵ ਰਹਿੰਦੇ ਆ। ਕ੍ਰਿਕਟ ਦੇ ਜਿਹੜੇ ਸ਼ੌਕੀਨ ਉਹ ਦੇਖਣਗੇ ਕਿ ਹਾਂ ਬਾਰਿਸ਼ ਵੀ ਬਹੁਤ ਹੁੰਦੀ ਹੈ ਉੱਥੇ ਵੈਨ ਇਟਸ ਸਮਰ ਓਵਰ देयर, ਰਾਈਟ? ਸੋ ਉਹਨਾਂ ਨੂੰ ਪਤਾ ਵੀ ਹੁੰਦਾ ਕਿ ਕਦੋਂ ਬਰਸਾਤ ਹੋਣੀ ਹੈ ਕਦੋਂ ਨਹੀਂ ਹੋਣੀ, ਐਜ਼ ਅਪੋਜ਼ ਟੂ ਇੰਡੀਆ ਦੇ ਕੇਸ ਵਿੱਚ ਬਹੁਤ ਸਾਰੇ ਫੈਕਟਰਸ ਨੇ ਮੌਨਸੂਨ ਨੂੰ ਡਿਟਰਮਾਈਨ ਕਰਦੇ ਆ। ਤਾਂ ਆਪਣੇ ਜਿਹੜੇ ਪ੍ਰੈਡਿਕਸ਼ਨ ਸਿਸਟਮਸ ਨੇ ਨਾ ਉਹ ਬਹੁਤ ਜ਼ਿਆਦਾ ਆਈ ਵੁੱਡ ਸੇ ਕਿ ਉਹਨਾਂ ਦੀ ਪ੍ਰੋਬੇਬਿਲਿਟੀ ਜਿਹੜੀ ਹੈਗੀ ਐਕੂਰੇਸੀ ਹੈ ਉਤਨੀ ਜ਼ਿਆਦਾ ਨਹੀਂ ਹੋ ਪਾਉਂਦੀ। ਦੀ ਆਂਸਰ ਇਸ ਕਿ ਜੀਓਗ੍ਰਾਫੀਕਲ ਫੈਕਟਰਸ ਤੇ ਕਲਾਈਮੇਟੋਲੋਜੀਕਲ ਫੈਕਟਰਸ ਵੀ ਬਹੁਤ ਜ਼ਿਆਦਾ ਰੋਲ ਪਲੇ ਕਰ ਰਹੇ ਨੇ ਇੰਡੀਆ ਦੇ ਕੇਸ ਵਿੱਚ। ਸੋ precipitation in extratropical cyclone is more prolonged and widespread. The answer is yes. So here we have tropical cyclones, पहला अपना statement wrong है, second सही है, third wrong है, and then fourth सही है and fifth सही है। So we have only 3 as the right answer in this case। A 4 क्यों है एक बार चेक कर लेने ਆਪਾਂ। Tropical cyclones, no, they are not slow moving definitely। And then we have baroclinic instability. The answer is yes। Then this statement is incorrect, this is correct, and this is correct।
सो बी आंसर इज द राइट आंसर जी, सी इधर आंसर नहीं है। नेक्स्ट, consider the following statements. Statement 1, tropical cyclones are more common in Bay of Bengal than the Arabian Sea। हाँ जी, ਇੰਡੀਆ ਦੇ ਕੇਸ ਵਿੱਚ ਜਿਹੜਾ ਬੇ ਆਫ ਬੰਗਾਲ ਹੈਗਾ, ਬੇ ਆਫ ਬੰਗਾਲ ਦਿਸ ਪਾਰਟ, it experiences more cyclones, tropical cyclones ਕੀ of course ਹੋਣਗੇ ਉਰੇ, as compared to Arabian Sea। ਰਫਲੀ ਜਿਹੜਾ ਰੇਸ਼ੀਓ ਹੈਗਾ 4:1 ਹੈ ਜੀ। ਜੇ 4 ਸਾਈਕਲੋਨ ਤੁਹਾਨੂੰ ਬੇ ਆਫ ਬੰਗਾਲ 'ਚ ਦੇਖਣ ਨੂੰ ਮਿਲਦੇ ਤਾਂ ਇੱਕ ਦੇਖਣ ਨੂੰ ਮਿਲੂਗਾ ਅਰੇਬੀਅਨ ਸੀ ਦੇ ਵਿੱਚ, ਰਾਈਟ। ਇਹਦਾ ਕਾਰਨ ਕੀ ਹੈ ਕਿ ਬੇ ਆਫ ਬੰਗਾਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਜਿਹੜਾ ਉਰੇ ਟੈਂਪਰੇਚਰ ਹੈਗਾ, ਸੀ ਸਰਫੇਸ ਟੈਂਪਰੇਚਰ ਉਹ ਜ਼ਿਆਦਾ ਹੈ ਐਸ ਕੰਪੇਅਰ ਟੂ ਅਰੇਬੀਅਨ ਸੀ। क्यों? क्योंकि यार एक कारण होता है ये भी हैगा उरे कि ना उरे बहुत सारी फ्रेश वाटर रिवर्स आ रही है, बहुत सारी। यू सी मेजर रिवर्स, लेट्स से वी हैव गंगा, ब्रह्मपुत्र, देन वी हैव महानदी, कृष्णा, गोदावरी, कावेरी, ये सारी ड्रेन हो रही है। देन वी आल्सो हैव ओवर हियर इरावदी, राइट। सो मेजर रिवर्स उरे आ रही है, ਇਹ ਫਰੈਸ਼ ਵਾਟਰ ਨੂੰ ਲੈ ਕੇ ਆ ਰਹੀ ਹੈ, ਫਰੈਸ਼ ਵਾਟਰ ਲਾਈਂਗ ਓਵਰ ਸਲਾਈਨ ਵਾਟਰ। ਤਾਂ ਇਹ ਸਟ੍ਰੈਟੀਫਿਕੇਸ਼ਨ ਹੁੰਦੀ ਹੈ ਜੀ, ਸਟ੍ਰੈਟੀਫਿਕੇਸ਼ਨ ਡਿਫਰੈਂਸ ਆ ਚੁੱਕਿਆ ਹੋਇਆ ਡੈਂਸਿਟੀ ਦੇ ਵਿੱਚ। ਫਰੈਸ਼ ਵਾਟਰ ਇਜ਼ ਓਵਰਲਾਈਂਗ ਦੀ ਸਲਾਈਨ ਵਾਟਰ, ਤਾਂ ਵਾਟਰ ਤੇ ਮਿਕਸਿੰਗ ਨਹੀਂ ਹੋ ਪਾ ਰਹੀ, ਵਾਟਰ ਦੀ ਮਿਕਸਿੰਗ ਨਹੀਂ ਹੋ ਪਾ ਰਹੀ, ਤਾਂ ਜਿਹੜਾ ਥੱਲੋਂ ਠੰਡਾ ਵਾਟਰ ਆ ਸਕਦਾ ਸੀਗਾ ਉਹਨਾਂ ਨਹੀਂ ਆ ਪਾ ਰਿਹਾ ਉਰੇ। ਤਾਂ ਵੀ ਸੀ ਕਿ ਉਰੇ ਟੌਪ ਤੇ ਵੀ ਹੈਵ ਅ ਵਾਰਮਰ 에ਅਰ ਐਸ ਕੰਪੇਅਰ ਟੂ ਜਾਂ ਵਾਰਮਰ ਲੇਅਰ ਐਸ ਕੰਪੇਅਰ ਟੂ ਅਰੇਬੀਅਨ ਸੀ। ਬਟ ਹੁਣ ਬਿਕੋਜ਼ ਆਫ ਕਲਾਈਮੇਟ ਚੇਂਜ ਤੁਸੀਂ ਦੇਖ ਰਹੇ ਹੋ ਕਿ ਅਰੇਬੀਅਨ ਸੀ ਦੇ ਵਿੱਚ ਵੀ ਜ਼ਿਆਦਾ ਸਾਈਕਲੋਨਸ ਆਉਣਾ ਸ਼ੁਰੂ ਹੋ ਚੁੱਕੇ। ਬਟ ਫਿਲਹਾਲ ਆਪਾਂ ਕੁਐਸਚਨ ਦੀ ਲਿਮਿਟੇਸ਼ਨ ਤੇ ਆਉਂਦੇ ਹਾਂ। Tropical cyclones are more common in Bay of Bengal than Arabian Sea. The answer is yes. 4:1 the ratio ਬਣਦਾ ਹੈ। The Bay of Bengal has higher sea surface temperature and more conductive wind pattern, more conducive wind pattern। The answer is yes, right। ਸੋ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇਹਦੀ ਸ਼ੇਪ ਵੀ ਕੁਝ ਇਸ ਤਰੀਕੇ ਦੇ ਫਨਲ ਸ਼ੇਪ ਹੈ ਜੀ, ਫਨਲ ਸ਼ੇਪ ਹੈ। ਤਾਂ ਉਹਦੇ ਕਰਕੇ ਵੀ ਇੱਕ ਐਜ ਮਿਲ ਜਾਂਦਾ ਹੈ ਬੇ ਆਫ ਬੰਗਾਲ ਦੇ ਕੇਸ ਵਿੱਚ ਫਾਰਮੇਸ਼ਨ ਆਫ ਸਾਈਕਲੋਨਸ। ਐਂਡ ਸੈਕੰਡ ਤੁਸੀਂ ਦੇਖੋਗੇ ਜਿਹੜੇ ਲੈਟਸ ਸੇ ਵੀ ਹੈਵ ਸਾਈਕਲੋਨਸ ਉਹ ਕੁਝ ਇਸ ਤਰੀਕੇ ਨਾਲ ਮੂਵ ਕਰਦੇ ਆ ਦਿਸ ਵੇ। ਸੋ ਅਰੇਬੀਅਨ ਸੀ ਤੇ ਆਸ-ਪਾਸ ਤਾਂ ਤੁਸੀਂ ਦੇਖੋਗੇ ਕਿ ਇੰਡੀਅਨ ਪੈਨਿਨਸੂਲਾ ਹੀ ਆ ਚੁੱਕਿਆ। ਸੋ ਸਾਈਕਲੋਨ ਨੂੰ ਕਰਵ ਕਰਨਾ ਪੈਂਦਾ ਹੈ ਜੇ ਦੂਰੋਂ ਬਣ ਕੇ ਆ ਰਿਹਾ। ਓਵਰ ਹੇਅਰ ਯੂ ਸੀ ਕਿ ਬਿਕੋਜ਼ ਆਫ ਲੈਟਸ ਸੇ ਵਿੰਡ ਪੈਟਰਨ ਜੋ ਕਿ ਈਸਟਰਲੀਜ਼ ਹੈ, ਈਸਟਰਲੀ ਦੇ ਇਨਫਲੂਐਂਸ ਦੇ ਅੰਡਰ ਹੀ ਸਾਈਕਲੋਨ ਨੇ ਚੱਲਣਾ ਹੈ। ਤਾਂ ਉਹ ਉਹਨੇ ਟੈਂਡੈਂਸੀ ਹੋਗੀ ਮੂਵ ਟੂਵਰਡਸ ਦਿਸ ਪਾਰਟ, ਬੇ ਆਫ ਬੰਗਾਲ ਪਾਰਟ। ਉਹ ਲੈਟਸ ਸੇ ਪੈਸੀਫਿਕ ਚ ਜਨਰੇਟ ਹੋਏ ਜਾਂ ਇੰਡੀਅਨ ਓਸ਼ਨ ਦੇ ਵਿੱਚ ਜਨਰੇਟ ਹੋਏ ਤਾਂ ਉਹਨਾਂ ਦੀ ਟੈਂਡੈਂਸੀ ਹੋਗੀ ਟੂ ਮੂਵ ਇਨ ਦਿਸ ਡਾਇਰੈਕਸ਼ਨ, ਈਸਟ ਡਾਇਰੈਕਸ਼ਨ। ਤਾਂ ਅੱਗੇ ਜਿਹੜਾ ਆ ਰਿਹਾ ਉਹ ਬੇ ਆਫ ਬੰਗਾਲ ਵਾਲਾ ਪਾਰਟ ਆ ਰਿਹਾ। ਦੈਨ ਅਰੇਬੀਅਨ ਸੀ ਇਜ਼ ਫਰਦਰ ਸ਼ੀਲਡਡ ਬਾਈ ਇੰਡੀਅਨ ਪੈਨਿਨਸੂਲਾ। ਤਾਂ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਉਹ ਪਾਰਟ ਮਿਸਿੰਗ ਹੋ ਜਾਂਦਾ ਹੈ ਜੋ ਇਹ ਡਾਇਰੈਕਟ ਲਿੰਕ ਬਣ ਰਿਹਾ। ਸੋ that's the reason ਕਿ ਬੇ ਆਫ ਬੰਗਾਲ ਦੇ ਵਿੱਚ ਆਪਾਂ ਨੂੰ ਜ਼ਿਆਦਾ ਸਾਈਕਲੋਨ ਦੇਖਣ ਨੂੰ ਮਿਲਦੇ। So in this case, which one is correct? Both 1 and 2 are correct, and second statement 2 correctly explains the statement 1. Now match the following jet streams with their features. Polar jet stream, strong winds at a latitude of 60 degree, थोड़ी देर पहले ਦੱਸਿਆ मैं ਤੁਹਾਨੂੰ। And then we have subtropical jet stream। Subtropical देखो jet stream ਕਿੱਥੇ ਹੈ ਜੀ? They are flowing higher in the atmosphere। In fact ਆਪਾਂ ਇਹ ਤੇ ਪੂਰੇ ਇੱਕ ਡਿਸਕਸ਼ਨ ਲੈ ਕੇ ਆਵਾਂਗੇ ਤੇ ਅੱਜ ਵਾਸਤੇ ਫਿਲਹਾਲ ਤੁਸੀਂ ਇਸ ਚੀਜ਼ ਨੂੰ ਸਮਝੋ ਕਿ we have over here polar jet stream 60 degree north, and then around this region we have subtropical jet stream 30 degree latitude। Similarly over 30 degree south te we have subtropical jet stream, and over here we have again polar jet stream 60 degree। So these are winds, they are permanent in nature। ਇਹਨਾਂ ਦੀ ਸਿਰਫ ਪੋਜੀਸ਼ਨ ਚੇਂਜ ਹੋ ਜਾਂਦੀ ਹੈ ਬਿਕੋਜ਼ ਆਫ ਚੇਂਜ ਆਫ seasons। So subtropical they are located at 30 degree altitude, and then we have tropical easterly jet stream। ਇਹ seasonal ਹੈ ਜੀ, they are not permanent। tropical easterly jet stream ਇਹ ਕਿੱਥੇ ਡਿਵੈਲਪ ਹੁੰਦੀ ਹੈ? ਇਹ ਡਿਵੈਲਪ ਹੁੰਦੀ ਹੈ over Indian subcontinent। Let's say we have this Tibet region, and in summers it develops over here। ਤਾਂ ਇਹ ਡਿਵੈਲਪ ਹੋ ਕੇ ਕੁਝ ਇਸ ਤਰੀਕੇ ਨਾਲ ਜਾਂਦੀ ਹੈ। It crosses Indian peninsula around 15 degree to 20 degree north। ਇਹਦੇ ਉੱਤੇ ਜਾ ਰਹੀ ਹੈ। ਇਹ ਗਰਮੀਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜੀ, ਠੀਕ ਹੈ। ਇਹ ਏਡ ਕਰਦੀ ਹੈ ਕਿਹਦੇ ਵਿੱਚ? ਇਹ ਏਡ ਕਰਦੀ ਹੈ ਇਨ ਇੰਡੀਅਨ ਮੌਨਸੂਨ। ਜਿਵੇਂ ਸਰਦੀਆਂ ਆਏਗੀ ਇਟ ਵਿਲ ਡਿਸਅਪੀਅਰ। ਸੋ ਟ੍ਰੋਪੀਕਲ ਈਸਟਰ ਜੈਟ ਸਟ੍ਰੀਮ develops during Indian monsoon over 20 degree north। So how many of the above are correctly matched? All three are correctly matched in this case। Next, subtropical jet stream helps in withdrawal of Indian monsoon। देखो
ਜਿਹੜੇ ਆਹ ਜੈਟ ਸਟ੍ਰੀਮ ਦੀ ਆਪਾਂ ਗੱਲ ਕੀਤੀ ਸੀਗੀ, ਰਾਈਟ, ਵਿੰਟਰਸ ਦੇ ਵਿੱਚ ਕੀ ਹੁੰਦਾ ਹੈ, ਇਟ ਸਟੇਸ਼ਨਸ ਇਟਸੈਲਫ ਓਵਰ ਦ ਇੰਡੀਅਨ ਪੈਨਿਸੂਲਾ। ਇਨਫੈਕਟ ਜਿਹੜੇ ਗੈਂਗੇਟਿਕ ਪਲੇਨਸ ਹੈਗੇ ਉਹਦੇ ਉੱਤੇ ਆ ਜਾਂਦੀ ਹੈ ਇਹਦੀ ਇੱਕ ਲਿੰਬ। ਤਾਂ ਜਦ ਤੱਕ ਇਹ ਟੂਵਰਡਸ ਨਾਰਥ ਮੂਵ ਨਹੀਂ ਕਰਦੀ ਹੈਗੀ, ਤਦ ਤੱਕ ਤੁਸੀਂ ਦੇਖੋਗੇ ਕਿ ਜਿਹੜਾ ਇੰਡੀਅਨ ਮੌਨਸੂਨ ਹੈ ਉਹ ਅਰਾਈਵ ਨਹੀਂ ਕਰ ਪਾਉਂਦਾ। ਦ ਮੂਮੈਂਟ ਇਟ ਸਟਾਰਟਸ ਟੂ ਸ਼ਿਫਟ ਬੈਕ ਟੂਵਰਡਸ ਦੀ ਸਾਊਥ, ਯਾਨੀ ਕਿ ਅਕਤੂਬਰ ਦੀ ਗੱਲ ਕਰੀਏ ਆਪਾਂ, ਜਿਵੇਂ ਹੁਣ ਚੱਲ ਰਿਹਾ, ਜਿਹੜੀ ਸਬ ਟ੍ਰੋਪੀਕਲ ਜੈਟ ਸਟ੍ਰੀਮ ਹੈ ਉਹ ਥੱਲੇ ਆਣਾ ਸ਼ੁਰੂ ਕਰ ਰਹੀ ਹੈ, ਇੰਡੀਆ ਦੇ ਵੱਲ ਆਣਾ ਸ਼ੁਰੂ ਕਰ ਰਹੀ ਹੈ। ਤਾਂ ਉਹਦੇ ਨਾਲ ਕੀ ਹੋ ਰਿਹਾ, ਨਾਲ ਨਾਲ ਕੀ ਹੋ ਰਿਹਾ, ਗ੍ਰੈਜੂਅਲ ਜਿਹੜਾ ਵਿਡਰੋਲ ਹੈ ਉਹ ਮੌਨਸੂਨ ਦਾ ਹੁੰਦਾ ਜਾ ਰਿਹਾ ਹੈ। So the answer is yes. Then polar jet stream strengthens during summer due to higher polar equator temperature difference. No, the answer is incorrect. ਜਿਹੜੀ jet stream ਹੁੰਦੀ ਹੈ, they derive their energy from the temperature contrast between two air masses. ਤਾਂ ਜਦੋਂ ਟੈਂਪਰੇਚਰ ਕੰਟਰਾਸਟ ਹਾਈ ਹੁੰਦਾ ਹੈ, ਉਹ ਕਦੋਂ ਹੋਣਾ ਹੈ, ਜੈਸੇ ਆਪਾਂ ਪੋਲਰ ਦੀ ਗੱਲ ਕਰਾਂ, ਜਦੋਂ ਆਪਾਂ ਵਿੰਟਰਸ ਦੀ ਗੱਲ ਕਰਾਂ, ਕਿਉਂਕਿ ਵਿੰਟਰਸ ਪੋਲਸ ਦੇ ਵਿੱਚ ਐਕਸਟ੍ਰੀਮ ਹੁੰਦੀ ਹੈ, ਤਾਂ ਜਿਹੜਾ ਉੱਥੇ ਟੈਂਪਰੇਚਰ ਉਹ ਵੀ ਬਹੁਤ ਜ਼ਿਆਦਾ ਘਟ ਜਾਣਾ, ਤੇ ਉਹਨਾਂ ਟੈਂਪਰੇਚਰ ਜਿਹੜਾ ਹੈਗਾ ਡ੍ਰੌਪ ਤੁਹਾਨੂੰ ਇਕੁਏਟਰ ਤੇ ਦੇਖਣ ਨੂੰ ਨਹੀਂ ਮਿਲਣਾ। ਤਾਂ ਕਰਕੇ ਜਿਹੜਾ ਦੋਵਾਂ ਦੇ ਵਿੱਚ ਟੈਂਪਰੇਚਰ ਦਾ ਗੈਪ ਹੈ ਬਹੁਤ ਜ਼ਿਆਦਾ ਹੋਊਗਾ, ਤਾਂ ਉਨਾ ਹੀ ਜ਼ਿਆਦਾ ਸਟਰੋਂਗ ਜਿਹੜੀ ਹੋਗੀ ਜੈਟ ਸਟ੍ਰੀਮ ਹੋਣ ਵਾਲੀ। ਸੋ ਸਟੇਟਮੈਂਟ 2 ਇਜ਼ ਇਨਕਰੈਕਟ। ਇਨ ਦਿਸ ਕੇਸ ਵੀ ਹੈਵ one only as the correct answer. Thank you very much. I believe this discussion was helpful for you. We'll meet next time. Stay positive and keep working hard. Thank you.